ਜ਼ਰੂਰ ਕਰਦਾ ਹੈ ਕਿ ਇਹ ਪਰਮਾਤਮਾ ਕਿਸੇ ਨਾ ਕਿਸੇ ਦਿਨ ਸਿੱਖ ਕੌਮ ਨੂੰ ਨਿਆਂ ਜਿਹੜਾ ਜ਼ਰੂਰ ਮਿਲੇ। ਤੇ ਆਪਾਂ ਸਾਰੇ ਹੀ ਸਹਿਯੋਗੀ ਹਾਂ ਉਸ ਚੱਲਦੇ ਸੰਘਰਸ਼ ਦੇ ਵਿੱਚ। ਜਿੰਨੇ ਵੀ ਆਪਾਂ ਇੱਥੇ ਬੈਠੇ ਹਾਂ ਜਾਂ ਜਿੰਨੇ ਵੀ ਅੱਜ ਜੋ ਸੰਗਤ ਟੀਵੀ ਵਾਲੇ ਸਾਡੇ ਕੋਲ ਪਹੁੰਚੇ ਹਨ, ਮੀਡੀਆ ਪੰਜਾਬ ਟੀਵੀ ਵਾਲੇ ਪਹੁੰਚੇ ਹਨ, ਉਹਨਾਂ ਦੀ ਆਵਾਜ਼ ਦੇ ਮਾਧਿਅਮ ਦੇ ਜ਼ਰੀਏ ਜੋ ਜਿੱਥੇ ਜਿੱਥੇ ਸਰੋਤਿਆਂ ਤੱਕ ਸਾਡੀ ਆਵਾਜ਼ ਜਾਣੀ ਹੈ, ਸਾਰੇ ਹੀ ਆਪਾਂ ਸਹਿਯੋਗੀ ਹਾਂ, ਸਾਰਿਆਂ ਦਾ ਯੋਗਦਾਨ ਹੈ, ਸਾਰੇ ਹੀ ਅਸੀਂ ਦਰਦਮੰਦ ਹਾਂ ਤੇ ਆਸ ਕਰਦੇ ਹਾਂ ਕਿ ਕਦੀ ਨਾ ਕਦੀ ਸਾਡੇ ਉਹਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਜੋ ਬੇਗੁਨਾਹੇ ਕਤਲ ਹੋ ਕੇ ਇਸ ਦੁਨੀਆ ਤੋਂ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ, ਸੋ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਇੱਕ ਦਿਨ ਜ਼ਰੂਰ ਮਿਲੇਗੀ। ਉਹਦੇ ਵਿੱਚ ਅਸੀਂ ਬਣਦਾ ਯੋਗਦਾਨ ਜਿਹੜਾ ਜ਼ਰੂਰ ਪਾਉਂਦੇ ਰਹੀਏ। ਸਰਦਾਰ ਕਰਮਜੀਤ ਸਿੰਘ ਜੀ ਪੈਟਰੋ, ਰਾਜਵੀਰ ਸਿੰਘ ਜੀ ਤੁੰਗ ਤੇ ਉਹਨਾਂ ਦਾ ਮੈਂ ਤੀਸਰਾ ਸਾਥੀ, ਕਿਉਂਕਿ ਮੈਂ ਦੱਸਦਾ ਜਾਵਾਂ ਕਿ ਇਸ ਚੱਲਦੇ ਸੰਘਰਸ਼ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਮੈਮੋਰੰਡਮ ਵੀ ਦੇ ਕੇ ਦੇਖ ਲਏ, ਮੁਜ਼ਾਹਰੇ ਵੀ ਕੀਤੇ, ਰੋਸ ਧਰਨੇ ਵੀ ਕੀਤੇ, ਅਪੀਲਾਂ ਵੀ ਕੀਤੀਆਂ, ਗੋਲ ਮੇਜ਼ ਕਾਨਫਰੰਸਾਂ ਵੀ, ਕਿਸੇ ਨੂੰ ਸਾਨੂੰ ਨਿਆਂ ਜਿਹੜਾ ਉਹ ਨਹੀਂ ਮਿਲਿਆ। ਤੇ ਅਸੀਂ ਤਿੰਨ ਸਿੰਘਾਂ ਨੇ ਇਸ ਗੁਰੂ ਘਰ ਦੇ ਵਿੱਚ ਅਰਦਾਸ ਕਰਕੇ ਭਾਰਤ ਦੀ ਐਮਬੈਸੀ ਨੂੰ ਮੈਮੋਰੰਡਮ ਦੇ ਕੇ ਇੱਕ ਤੁੱਛ ਜਿਹਾ ਉਪਰਾਲਾ ਅਸੀਂ ਕੀਤਾ ਸੀ, ਇੱਕ ਨਿਵੇਕਲਾ ਤਰੀਕਾ। ਵੈਸੇ ਤਾਂ ਕਈ ਜਿਨ੍ਹਾਂ ਨੂੰ ਕੋਈ ਜ਼ਿਆਦਾ ਸਮਝ ਨਹੀਂ, ਉਹ ਕਈ ਵਾਰੀ ਗੁਰਬਾਣੀ ਦਾ ਆਸਰਾ ਲੈ ਕੇ ਇਸ ਗੱਲ ਨੂੰ ਦੂਜੇ ਪਾਸੇ ਇਸ ਗੱਲ ਦਾ ਰੁੱਖ ਮੋੜ ਦਿੰਦੇ ਹਨ ਕਿ ਭੁੱਖ ਹੜਤਾਲ ਜਿਹੜੀ ਰੱਖਣੀ ਉਹ ਜਾਇਜ਼ ਨਹੀਂ। ਅਸੀਂ ਇਸ ਸੰਘਰਸ਼ ਦੇ ਵਿੱਚੋਂ ਲੰਘੇ ਹਾਂ। 22 ਦਿਨ ਅਸੀਂ ਆਪਣੀ ਲੜਾਈ ਜਿਹੜੀ ਇਸ ਮਾਧਿਅਮ ਦੇ ਰਾਹੀਂ ਜਾਰੀ ਰੱਖੀ ਸੀ ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰ ਤੇ ਅਹੁਦੇਦਾਰ, ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਕੇਜਰੀਵਾਲ ਜੀ ਤੇ ਹੋਰ ਵੀ ਕਈ ਧਾਰਮਿਕ ਸ਼ਖਸੀਅਤਾਂ ਜਿਹੜੀਆਂ ਉੱਥੇ ਪਹੁੰਚੀਆਂ ਸਨ, ਉਹਨਾਂ ਦੇ ਵਿੱਚੋਂ ਲਗਭਗ ਹਰ ਇੱਕ ਸ਼ਖਸੀਅਤ ਸਵੇਰੇ ਉੱਠ ਕੇ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਜ਼ਰੂਰ ਝੁਕਾਉਂਦੀ ਹੈ, ਗੁਰਬਾਣੀ ਨੂੰ ਮੰਨਦੀ ਹੈ। ਕੋਈ ਵੀ ਗੁਰਬਾਣੀ ਤੋਂ ਬਾਹਰ ਨਹੀਂ ਜਾਂਦਾ। ਅਸੀਂ ਵੀ ਇੱਥੇ ਜਿੰਨੇ ਬੈਠੇ ਹਾਂ, ਹਰ ਇੱਕ ਸ਼ਖਸ ਜੋ ਉਸ ਪਰਮਾਤਮਾ ਅਕਾਲ ਪੁਰਖ ਦੇ ਹੁਕਮ ਨੂੰ ਮੰਨਦਾ ਹੈ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆਪਣਾ ਸੀਸ ਨਵਾਉਂਦੇ ਹਾਂ। ਕੋਈ ਵੀ ਗੁਰਬਾਣੀ ਤੋਂ ਬਾਹਰ ਨਹੀਂ ਜਾਂਦਾ। ਲੇਕਿਨ ਕੁਛ ਟਾਈਮ ਸੀ, ਗੁਰਬਾਣੀ ਦੇ ਵਿੱਚ ਇੱਕ ਤੁਕ ਆਈ ਸੀ ਜਿਹਨੂੰ ਅੱਜ ਕਈ ਲੋਕ ਉਹਦਾ ਗਲਤ ਅਰਥ ਦੇ ਕੇ ਉਹਨੂੰ ਗਲਤ ਪਾਸੇ ਨੂੰ ਮੋੜ ਕੇ ਲੈ ਜਾਂਦੇ ਹਨ। ਲਿਜਾਂਦੇ ਵੀ ਉਹ ਲੋਕ ਹਨ ਜਿਨ੍ਹਾਂ ਨੇ ਕੁਝ ਆਪ ਕਰਨਾ ਨਹੀਂ ਹੁੰਦਾ, ਦੂਜੇ ਨੂੰ ਕਰਨ ਨਹੀਂ ਦੇਣਾ ਹੁੰਦਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਤਿਕਾਰਯੋਗ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਰੂਟੀਨ ਦੀ ਤਰ੍ਹਾਂ ਐਤਵਾਰ ਦਾ ਦਿਹਾੜਾ ਹੋਣ ਕਰਕੇ ਇਹ ਦਿਹਾੜਾ ਸਿੱਖ ਧਰਮ ਵਿੱਚ ਇੱਕ ਬਹੁਤ ਵਿਸ਼ੇਸ਼ ਮਹੱਤਤਾ ਰੱਖਦਾ ਹੈ, ਕਿਉਂਕਿ ਇਸ ਦਿਨ ਸਾਰੇ ਹੀ ਗ੍ਰਸਤੀ ਜੀਵਨ ਵਾਲੇ ਲੋਕ, ਕੰਮ ਕਿਰਤੀ ਲੋਕ ਛੁੱਟੀ 'ਤੇ ਹੋਣ ਕਰਕੇ ਆਪਣੇ ਪਾਤਸ਼ਾਹ ਦੀ ਹਾਜ਼ਰੀ ਵਿੱਚ ਹਾਜ਼ਰ ਹੁੰਦੇ ਹਨ ਅਤੇ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਨ ਅਤੇ ਅੱਗੋਂ ਤੋਂ ਤੰਦਰੁਸਤੀ ਅਤੇ ਪਰਿਵਾਰ ਦੀ, ਪੰਥ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਬੇਨਤੀਆਂ ਕਰਦੇ ਹਨ। ਇਸੇ ਦੌਰਾਨ ਹੀ ਇੱਥੋਂ ਦੀ ਗੁਰੂ ਘਰ ਦੀ ਕਮੇਟੀ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਰੇ ਵਾਲਿਆਂ ਦਾ ਸਾਲਾਨਾ ਦਿਵਸ ਮਨਾਇਆ ਜਾਂਦਾ ਹੈ, ਉਹ ਵੀ ਅੱਜ ਦੇ ਦਿਨ ਇਹਨਾਂ ਨੇ ਮੁਕਰਰ ਕੀਤਾ ਹੈ ਕਿ ਅੱਜ ਉਹਨਾਂ ਦੀ ਬਰਸੀ ਜੋ ਹੈ ਉਹ ਵੀ ਆਪਾਂ ਮਨਾਉਣੀ ਹੈ। ਉਸ ਦੇ ਸੰਬੰਧ ਵਿੱਚ ਵੀ ਇੱਥੋਂ ਦੇ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਭਾਈ ਸਾਹਿਬ ਜੀ ਨੇ ਕੀਰਤਨ ਦੇ ਦੁਆਰਾ ਨਾਲ ਆਪਣੇ ਪ੍ਰਚਾਰ ਦੇ ਰਾਹੀਂ ਸੰਤਾਂ ਦੀ ਜੀਵਨੀ ਬਾਰੇ ਦੱਸਿਆ ਹੈ ਕਿ ਕਿੰਨੇ ਅਟੱਲ ਉਹਨਾਂ ਦੇ ਦ੍ਰਿੜ ਇਰਾਦੇ ਸਨ ਅਤੇ ਉਹਨਾਂ ਨੇ ਸਿੱਖ ਕੌਮ ਵਾਸਤੇ ਕਿਸ ਤਰ੍ਹਾਂ ਬਹੁਤ ਤਰ੍ਹਾਂ ਦੀਆਂ ਨਿਵੇਕਲੀ ਕਿਸਮ ਦੀਆਂ
ਕਾਰਵਾਈਆਂ ਜੋ ਗੁਰੂ ਘਰ ਦੀਆਂ ਸਨ ਉਹ ਚਲਾਈਆਂ। ਕਿਸ ਤਰ੍ਹਾਂ ਧੀਆਂ ਨੂੰ ਭੈਣਾਂ ਨੂੰ ਉਹਨਾਂ ਨੇ ਉੱਪਰ ਚੁੱਕਣ ਵਾਸਤੇ ਸ਼ੁਰੂਆਤ ਕੀਤੀ, ਕਿਉਂਕਿ ਉਹਨਾਂ ਜ਼ਮਾਨਿਆਂ ਵਿੱਚ ਧੀਆਂ ਨੂੰ ਭੈਣਾਂ ਨੂੰ ਘਰਾਂ ਤੋਂ ਬਾਹਰ ਕੱਢਣਾ ਖਤਰੇ ਤੋਂ ਖਾਲੀ ਨਹੀਂ ਹੋਇਆ ਕਰਦਾ ਸੀ, ਕਿਉਂਕਿ ਅਸੀਂ ਜਿਹੜੇ ਲੋਕ ਹਾਂ ਸਦੀਆਂ ਤੋਂ ਗੁਲਾਮੀ ਦੇ ਵਿੱਚ ਤੁਰੇ ਆ ਰਹੇ ਸਾਂ। ਸੋ ਉਹਨਾਂ ਗੁਲਾਮੀਆਂ ਜ਼ਾਲਮਾਂ ਤੋਂ ਡਰਦਿਆਂ ਹੋਇਆਂ ਅਸੀਂ ਆਪਣੀ ਇੱਜ਼ਤ ਨੂੰ ਬਰਕਰਾਰ ਰੱਖਣ ਵਾਸਤੇ ਇਹੋ ਜਿਹੇ ਸਾਡੇ ਮਨਾਂ ਉੱਤੇ ਛਾਏ ਸਨ। ਔਰ ਸੰਤ ਬਾਬਾ ਪ੍ਰੇਮ ਸਿੰਘ ਜੀ ਹੁਣਾਂ ਨੇ ਅੱਗੇ ਆ ਕੇ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਧੀਆਂ ਨੂੰ ਉੱਪਰ ਚੁੱਕਿਆ ਅਤੇ ਉਹਨਾਂ ਨੂੰ ਪੜ੍ਹਾਉਣ ਦਾ ਅਧਿਕਾਰ ਜਿਹੜਾ ਹੈ ਉਹ ਦਵਾਇਆ, ਜਿਸ ਦੀ ਬਦੌਲਤ ਅੱਜ ਸਾਡੀਆਂ ਧੀਆਂ ਭੈਣਾਂ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਆਪਣੀਆਂ ਡਿਗਰੀਆਂ ਲੈ ਕੇ ਤੇ ਉੱਥੇ ਸੇਵਾਵਾਂ ਨਿਭਾ ਰਹੀਆਂ ਹਨ ਔਰ ਬਰਾਬਰ ਮਰਦਾਂ ਦੇ ਬਰਾਬਰ ਸੇਵਾ ਦੇਸ਼ ਤੇ ਕੌਮ ਦੀ ਕਰ ਰਹੀਆਂ ਹਨ। ਸੋ ਇਸ ਤਰ੍ਹਾਂ ਹੋਰ ਅਨੇਕਾਂ ਹੀ ਮਿਸਾਲਾਂ ਆਪਾਂ ਬਾਬਾ ਜੀ ਕੋਲੋਂ ਸੁਣੀਆਂ ਹਨ, ਜੋ ਸੰਤਾਂ ਦੇ ਜੀਵਨ ਬਾਰੇ ਆਪ ਜੀ ਨੇ ਦੱਸੀਆਂ ਹਨ। ਉਸ ਤੋਂ ਉਪਰੰਤ ਭੱਟੀ ਸਾਹਿਬ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਇੱਥੇ ਪ੍ਰੋਗਰਾਮ ਲਿਖਿਆ ਸੀ। ਉਸ ਪ੍ਰੋਗਰਾਮ ਦਾ ਸ਼ੁਕਰਾਨਾ ਕਰਨ ਵਾਸਤੇ ਜਿਹੜੇ ਇਹਨਾਂ ਦੇ ਸੰਗੀ ਸਾਥੀ ਸਨ ਉਹਨਾਂ ਨੇ ਪ੍ਰੋਗਰਾਮ ਬਣਾਇਆ ਸੀ ਕਿ ਜਦੋਂ ਇਹ ਜਿਹੜੀ ਹੜਤਾਲ ਆ ਇਹ ਪੂਰਨ 20-22 ਦਿਨ ਇਹਨਾਂ ਨੇ ਉੱਥੇ ਰੱਖੀ ਹੈ ਅਤੇ ਗੁਰੂ ਸਾਹਿਬ ਦੇ ਇੱਥੋਂ ਹੀ ਅਰਦਾਸ ਕਰਕੇ ਇਹ ਚੱਲੇ ਸਨ। ਇਹ ਤੇ ਇਹਨਾਂ ਦੇ ਸਾਥੀ ਗੁਰੂ ਸਾਹਿਬ ਨੇ ਇਹਨਾਂ ਨੂੰ ਬੜੀ ਬਖਸ਼ਿਸ਼ ਇੱਜ਼ਤ ਤੇ ਮਾਣ ਦੇਸ਼ ਵਿਦੇਸ਼ ਵਿੱਚ ਦਵਾਇਆ ਹੈ ਔਰ ਇਹਨਾਂ ਦਾ ਇਰਾਦਾ ਹੋਰ ਵੀ ਦ੍ਰਿੜ ਹੋਇਆ ਹੈ ਕਿ ਕੌਮ ਦੇ ਪ੍ਰਤੀ ਅਸੀਂ ਵਫਾਦਾਰੀ ਅਤੇ ਕੁਰਬਾਨੀ ਜਿਹੜੀ ਆ ਉਹ ਤੋਂ ਪਿੱਛੇ ਨਹੀਂ ਹਟਾਂਗੇ, ਜੋ ਕੌਮ ਦੇ ਹੱਕ ਹਨ ਉਸ 'ਤੇ ਡਟੇ ਰਵਾਂਗੇ। ਸੋ ਇਹ ਤਾਂ ਹੀ ਹੁੰਦਾ ਹੈ ਜੇ ਸੰਗਤ ਦਾ ਹੁਲਾਰਾ ਆਸਰਾ ਇਹੋ ਜਿਹੇ ਮਰਜੀਵੜਿਆਂ ਜਾਂ ਯੋਧਿਆਂ ਨੂੰ ਅੱਗੇ ਜਾਣ ਵਾਸਤੇ ਪ੍ਰੇਰਨਾ ਦੇਵੇ। ਸੋ ਅਸੀਂ ਇੱਥੋਂ ਕਾਫੀ ਜਿੰਨੇ ਜੋਗੇ ਸਾਰੇ ਗੁਰੂ ਘਰ ਦੀ ਕਮੇਟੀ ਅਤੇ ਇੱਥੋਂ ਦੇ ਸੇਵਾਦਾਰ ਉਹਨਾਂ ਨੇ ਇਹਨਾਂ ਦੇ ਪਿੱਛੇ ਤਕਰੀਬਨ ਫੋਨ ਰਾਹੀਂ ਜਾਂ ਜਿਸ ਤਰ੍ਹਾਂ ਵੀ ਹੋ ਸਕਦਾ ਹੌਸਲਾ ਅਫਜ਼ਾਈ ਰੱਖੀ। ਤਾਂ ਇਹਨਾਂ ਨੇ ਜਿਸ ਦਿਨ ਉੱਥੋਂ ਹੜਤਾਲ ਖਤਮ ਕਰਨੀ ਸੀ ਉਸ ਦਿਨ ਹੀ ਸਾਡੇ ਨਾਲ ਰਾਏ ਕੀਤੀ ਕਿ ਮੈਂ ਫਰਾਂਸ ਆਉਣ 'ਤੇ ਸੰਗਤਾਂ ਦਾ ਸ਼ੁਕਰਾਨਾ ਕਰਾਂਗਾ ਅਤੇ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਾਂਗਾ ਜਿੱਥੋਂ ਆਪਾਂ ਅਰਦਾਸ ਕਰਕੇ ਤੁਰੇ ਸੀ। ਸੋ ਇਸ ਸੰਬੰਧ ਦੇ ਵਿੱਚ ਅੱਜ ਸ਼ੁਕਰਾਨਾ ਦਿਵਸ ਵੀ ਮਨਾਇਆ ਜਾ ਰਿਹਾ ਹੈ। ਸੰਤ ਬਾਬਾ ਪ੍ਰੇਮ ਸਿੰਘ ਜੀ ਮਹਾਰਾਜ ਦੇ ਅੱਜ ਬਰਸੀ ਦੇ ਦਿਹਾੜੇ ਵੀ ਹਨ ਔਰ ਨਾਲ ਦੀ ਨਾਲ ਸਿੱਖ ਕੌਮ ਦਾ ਜੋ ਸੰਘਰਸ਼ ਚੱਲ ਰਿਹਾ ਹੈ ਉਸ ਦੇ ਪ੍ਰਤੀ ਦ੍ਰਿੜਤਾ ਦਿਖਾਉਣ ਵਾਸਤੇ ਵੀ ਆਪ ਸਾਰੀਆਂ ਸੰਗਤਾਂ ਅੱਜ ਇੱਥੇ ਇਕੱਤਰ ਹੋਏ ਹੋ ਕਿ ਕਿਸ ਤਰ੍ਹਾਂ ਸਿੱਖਾਂ ਦੇ ਨਾਲ ਧੱਕਾ ਹੀ ਧੱਕਾ ਹੋ ਰਿਹਾ ਹੈ ਔਰ ਸਾਨੂੰ ਵਾਰ-ਵਾਰ ਇਹ ਹੀ ਕਿਹਾ ਜਾ ਰਿਹਾ ਹੈ ਕਿ ਆਪ ਨੂੰ ਇਨਸਾਫ ਮਿਲੇਗਾ, ਆਪ ਥੋੜੀ ਵੇਟ ਕਰੋ, ਥੋੜਾ ਹੋਰ ਵੇਟ ਕਰੋ। ਅੱਜ 29 ਸਾਲ ਹੋ ਗਏ ਹਨ, ਸਾਨੂੰ ਅੱਜ ਤੱਕ ਕਿਸੇ ਇੱਕ ਵੀ ਕੇਸ ਦਾ ਇਨਸਾਫ ਅਦਾਲਤਾਂ ਵੱਲੋਂ ਜਾਂ ਸਰਕਾਰਾਂ ਵੱਲੋਂ ਨਹੀਂ ਮਿਲਿਆ। ਸਾਡੀ ਕਾਫੀ ਕੁਝ ਕਮਜ਼ੋਰੀਆਂ ਵੀ ਕੌਮ ਵਿੱਚ ਹਨ, ਪਰ ਜਦੋਂ ਗੁਲਾਮੀ ਹੁੰਦੀ ਹੈ, ਗੁਲਾਮੀ ਦੇ ਤਹਿਤ ਆਦਮੀ ਜਕੜਿਆ ਜਾਂਦਾ ਹੈ, ਉਹ ਸਾਰੀਆਂ ਖਾਹਿਸ਼ਾਂ ਆਪਣੀਆਂ ਅਤੇ ਕੌਮ ਦੀਆਂ ਪੂਰੀਆਂ ਨਹੀਂ ਕਰ ਸਕਦਾ, ਜਿਸ ਦੇ ਤਹਿਤ ਸਾਡੇ ਕੋਲੇ ਮੀਡੀਆ ਦੀ ਵੀ ਘਾਟ ਸੀ। ਦੁਨੀਆ ਦੇ ਵਿੱਚ ਇੱਕ ਮਿਸਾਲ ਬਣੀ ਹੈ ਕਿ ਸਿੱਖਾਂ 'ਤੇ ਕਿਸ ਤਰ੍ਹਾਂ ਜ਼ੁਲਮ ਹੋਇਆ ਹੈ। 20-20 ਹਜ਼ਾਰ 30-30 ਹਜ਼ਾਰ ਸਿੱਖ ਸਿੰਘ ਸਿੰਘਣੀਆਂ ਇੱਕ ਦਿਨ ਦੇ ਵਿੱਚ ਕਤਲ ਕੀਤੇ ਗਏ ਹਨ। ਮੌਜੂਦਾ ਸਾਡੀਆਂ ਅੱਖਾਂ ਦੇ ਸਾਹਮਣੇ ਜੂਨ 84 ਨੂੰ ਕਿਸ ਤਰ੍ਹਾਂ ਤੋਪਾਂ ਟੈਂਕਾਂ ਤੇ ਇੰਡੀਅਨ ਆਰਮੀ ਜਿਹੜੀ ਦੁਨੀਆ ਦੀ 5ਵੀਂ-6ਵੀਂ ਤਾਕਤ ਹੈ ਉਸ ਨੇ ਬੁਖਲਾਹਟ ਵਿੱਚ ਆ ਕੇ ਕਿਸ ਤਰ੍ਹਾਂ ਸਾਨੂੰ ਕੁਚਲਿਆ ਹੈ, ਜਿਸ ਤਰ੍ਹਾਂ ਅਸੀਂ ਕੋਈ ਵਿਦੇਸ਼ੀ ਲੋਕ ਹੁੰਦੇ ਹਾਂ। ਅਫਸੋਸ ਦੀ ਗੱਲ ਹੈ ਕਿ 98% ਕੁਰਬਾਨੀਆਂ ਦੇਣ ਵਾਲੇ ਸਿੱਖ ਆਪਣਾ ਖੂਨ ਪਸੀਨਾ ਡੋਲ ਕੇ ਇਸ ਦੇਸ਼ ਨੂੰ ਔਰ ਇਸ ਦੇਸ਼ ਦੇ ਨਾਗਰਿਕਾਂ ਦੇ ਮੂੰਹ ਦੇ ਵਿੱਚ ਬੁਰਕੀ ਪਾਉਣ ਵਾਲੇ ਲੋਕਾਂ ਨੂੰ ਇਹਨਾਂ ਨੇ ਕਿਸ ਤਰ੍ਹਾਂ ਕੁਚਲਿਆ ਅਤੇ ਕਿਸ ਤਰ੍ਹਾਂ ਮਾਰਿਆ। ਉਸ ਤੋਂ ਉਪਰੰਤ ਦਿੱਲੀ ਹੀ ਨਹੀਂ ਸਾਰੇ ਮੁਲਕ ਦੇ ਵਿੱਚ ਇਹਨਾਂ ਨੇ ਕਿਸ ਤਰ੍ਹਾਂ ਜਿੱਥੇ ਵੀ ਸਿੱਖ ਨੂੰ ਵੇਖਿਆ ਉਸ ਨੂੰ ਨਫ਼ਰਤ ਦਾ ਇਹਨਾਂ ਨੇ ਸ਼ਿਕਾਰ ਖੇਡਿਆ ਹੈ ਔਰ ਅੱਜ ਤੱਕ ਇੱਕ ਵਾਰੀ ਵੀ ਇਹਨਾਂ ਦੇ ਮੂੰਹੋਂ ਲਫ਼ਜ਼ ਅਫਸੋਸ ਨਹੀਂ ਨਿਕਲਿਆ। ਇੰਨਾ ਸਬਰ ਸੰਤੋਖ ਸਿੱਖ ਕੌਮ ਦੇ ਵਿੱਚ ਹੋਣ ਦੇ ਬਾਵਜੂਦ ਵੀ ਸਿੱਖ ਜਿਹੜੇ ਹਨ ਅੱਜ ਤੱਕ ਇਹਨਾਂ ਕੋਲੋਂ ਇਨਸਾਫ ਦੀ ਉਡੀਕ ਲਾ ਕੇ ਬੈਠੇ ਹਨ ਕਿ ਕਦੇ ਸਾਨੂੰ ਉਮੀਦ ਮਿਲੇਗੀ। ਇਸੇ ਦੌਰਾਨ ਹੀ ਇੱਥੋਂ ਸਿੰਘਾਂ ਨੇ ਜਾ ਕਰਕੇ ਉੱਥੇ ਭੁੱਖ ਹੜਤਾਲ ਰੱਖ ਕੇ ਉਹਨਾਂ ਨੂੰ ਮੈਮੋਰੈਂਡਮ ਵਗੈਰਾ ਦਿੱਤੇ ਹਨ। ਭਾਵੇਂ ਸਾਨੂੰ ਇਨਸਾਫ ਦੀ ਉਮੀਦ ਨਹੀਂ ਹੈ,
ਪਰ ਫਿਰ ਵੀ ਆਪਣਾ ਫਰਜ਼ ਹੈ ਜਿਹੜੇ ਮੁਲਕ ਵਿੱਚ ਰਹਿੰਦੇ ਹਾਂ, ਜੋ ਲੋਕਾਂ ਦਾ ਇਹਨਾਂ ਦੇਸ਼ਾਂ ਦਾ ਮੁਲਕਾਂ ਦਾ ਤੌਰ ਤਰੀਕਾ ਹੈ, ਕਿਉਂਕਿ ਸਾਡੇ ਆਪਣੇ ਕੌਮ ਦੇ ਘਰ ਨਾ ਹੋਣ ਕਰਕੇ ਸਾਡੇ ਆਪਣੇ ਕਾਨੂੰਨ ਨਹੀਂ ਹਨ। ਇਸ ਕਰਕੇ ਅਸੀਂ ਇਹਨਾਂ ਮੁਲਕਾਂ ਵਿੱਚ ਰਹਿੰਦੇ ਹੋਏ ਇਹਨਾਂ ਕਾਨੂੰਨਾਂ ਦੇ ਤਹਿਤ, ਇਹਨਾਂ ਦਾ ਕਾਨੂੰਨਾਂ ਦਾ ਆਸਰਾ ਲੈ ਕੇ ਜਿਸ ਤਰ੍ਹਾਂ ਦਾ ਵੀ ਦੁਸ਼ਮਣ ਹੱਲਾ ਕਰਦਾ ਹੈ, ਉਸੇ ਤਰ੍ਹਾਂ ਦਾ ਸਿੱਖ ਕੌਮ ਵੀ ਜਵਾਬ ਨਾਲ ਦੀ ਨਾਲ ਦੇ ਰਹੀ ਹੈ। ਇਹਨਾਂ ਦਾ ਬੜਾ ਵੱਡਾ ਉਪਰਾਲਾ ਹੈ। ਇਹਨਾਂ ਨੇ ਇਹ ਇੱਕ ਨਿਵੇਕਲਾ ਰਸਤਾ ਜੋ ਕਿ ਸਿੱਖ ਕੌਮ ਛੱਡ ਚੁੱਕੀ ਸੀ, ਇਸ ਤੋਂ ਪਹਿਲਾਂ ਕਈ ਵਾਰੀ ਸਾਡੇ ਜਥੇਦਾਰਾਂ ਨੇ ਭੁੱਖ ਹੜਤਾਲਾਂ ਰੱਖੀਆਂ ਸਨ ਔਰ ਭੁੱਖ ਹੜਤਾਲ ਰੱਖ ਕੇ ਤਾਂ ਵਿੱਚੋਂ ਛੱਡ ਦਿੱਤੀਆਂ ਸਨ, ਜਿਸ ਤੋਂ ਲੋਕਾਂ ਦਾ, ਸੰਗਤਾਂ ਦਾ ਵਿਸ਼ਵਾਸ ਟੁੱਟ ਚੁੱਕਾ ਸੀ ਅਤੇ ਲੋਕ ਕਹਿੰਦੇ ਸੀ ਕਿ ਇਹ ਅਰਦਾਸ ਕਈ ਵਾਰੀ ਕਈਆਂ ਨੇ ਉੱਥੇ ਅਕਾਲ ਤਖ਼ਤ ਸਾਹਿਬ 'ਤੇ ਵੀ ਕਰਕੇ ਤੇ ਮੁੱਕਰ ਗਏ ਹਨ। ਜਿਸ ਤਰ੍ਹਾਂ ਮੌਜੂਦਾ ਸਾਡੀ ਸਿੱਖ ਲੀਡਰਸ਼ਿਪ ਨੇ ਵੀ ਕਈ ਵਾਰੀ ਅਰਦਾਸਾਂ ਕੀਤੀਆਂ, ਕਈ ਵਾਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹੱਥ ਖੜੇ ਕਰਕੇ ਅਰਦਾਸਾਂ ਕੀਤੀਆਂ ਤੇ ਉਸ ਤੋਂ ਬਾਅਦ ਉਹ ਮੁੱਕਰ ਜਾਂਦੇ ਰਹੇ ਹਨ। ਮੌਕੇ 'ਤੇ ਸੰਗਤ ਨੂੰ ਉਹਨਾਂ ਨੇ ਪਿੱਠ ਦੇ ਕੇ ਹੱਥ ਖੜੇ ਕਰਕੇ ਉੱਥੋਂ ਨਿਕਲ ਜਾਂਦੇ ਰਹੇ ਹਨ। ਸੋ ਇਸ ਤਰ੍ਹਾਂ ਸਾਡੀ ਕੌਮ ਦੇ ਵਿੱਚ ਕਾਫੀ ਬੇਵਿਸ਼ਵਾਸੀ ਵੀ ਪਈ ਹੋਈ ਹੈ, ਕਿਉਂਕਿ ਵਿਸ਼ਵਾਸ ਵਾਲਾ ਲੀਡਰ ਕਿਤੇ ਸਦੀਆਂ ਬਾਅਦ ਹੀ ਪੈਦਾ ਹੁੰਦਾ ਹੈ। ਜਿਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਨ, ਉਹਨਾਂ ਦੇ ਪ੍ਰਤੀ ਹਰ ਬੱਚਾ ਜਿਹੜਾ ਹੈ ਉਸ ਨੂੰ ਵਿਸ਼ਵਾਸ ਸੀ ਅਤੇ ਕੌਮ ਨੇ ਉਹਨਾਂ ਦੇ ਪਿੱਛੇ ਮਰ ਮਿਟਣ ਦਾ ਤਾਣ ਲਈ ਸੀ। ਇਸੇ ਕਾਰਨ ਹੀ ਸਾਡੀ ਸਿੱਖ ਕੌਮ ਦੇ ਵਿੱਚੋਂ ਤਕਰੀਬਨ 2.5 ਲੱਖ ਸਿੰਘ ਸਿੰਘਣੀਆਂ ਅੱਜ ਤੱਕ ਸ਼ਹੀਦ ਹੋ ਚੁੱਕੇ ਹਨ ਅਤੇ ਬਾਕੀ ਜੋ ਹਨ ਉਹ ਇਸ ਘਰ ਵਾਸਤੇ, ਮਰਨ ਮਿਟਣ ਵਾਸਤੇ ਤਿਆਰ ਬੈਠੇ ਹਨ। ਭਾਵੇਂ ਕਿ ਅੱਜ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਉਹਨਾਂ ਦੀ ਬਰਾਬਰੀ ਦਾ ਕੋਈ ਲੀਡਰ ਨਹੀਂ ਹੈ, ਪਰ ਫਿਰ ਵੀ ਜਿੱਥੇ ਜਿੱਥੇ ਵੀ ਸਿੱਖ ਬੈਠਾ ਹੈ ਉਹ ਆਪਣੇ ਤੌਰ ਤੇ ਹੀ ਸੇਵਾ ਜੋ ਹੈ ਨਿਭਾ ਰਿਹਾ ਹੈ। ਜਿਸ ਕੋਲੋਂ ਵੀ ਜੋ ਸਰ ਬਣ ਆਉਂਦਾ ਹੈ ਉਹ ਕਰਦਾ ਹੈ। ਸਾਡੇ ਕੋਲੇ ਬਹੁਤ ਸਾਰੇ ਸਾਧਨ ਹਨ ਇਹਨਾਂ ਦੇਸ਼ਾਂ ਵਿਦੇਸ਼ਾਂ ਵਿੱਚ। ਗੁਰੂ ਸਾਹਿਬ ਜੀ ਨੇ ਬੜੀ ਲੰਮੀ ਸੋਚ ਤੇ ਵਿਚਾਰ ਕਰਕੇ ਸਾਨੂੰ ਇਹ ਪਾਠਸ਼ਾਲਾ, ਇਹ ਗੁਰਦੁਆਰੇ ਦਿੱਤੇ ਸਨ। ਸੋ ਇਹਨਾਂ ਗੁਰੂ ਘਰਾਂ ਵਿੱਚ ਬਹਿ ਕੇ ਅਸੀਂ ਸਾਲਾਨਾ, ਮਹੀਨਾ ਪ੍ਰਤੀ, ਹਫ਼ਤਾਵਾਰੀ ਪ੍ਰੋਗਰਾਮਾਂ ਵਿੱਚ ਵੀ ਆਪਣੀ ਕੌਮ ਦੇ ਭਵਿੱਖ ਦੀ ਸਲਾਹ ਮਸ਼ਵਰਾ ਕਰਕੇ ਅਗਲੇ ਪ੍ਰੋਗਰਾਮ ਅਸੀਂ ਉਲੀਕ ਸਕਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਹੈ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸੋ ਸੰਤ ਬਾਬਾ ਪ੍ਰੇਮ ਸਿੰਘ ਜੀ ਯਾਦਗਾਰ ਕਮੇਟੀ ਦਾ, ਜਿਨ੍ਹਾਂ ਨੇ ਅੱਜ ਇਹ ਬਰਸੀ ਦਾ ਪ੍ਰੋਗਰਾਮ ਉਲੀਕਿਆ ਹੈ, ਔਰ ਸਮੂਹ ਸਾਧ ਸੰਗਤ ਦਾ ਜਿਨ੍ਹਾਂ ਨੇ ਅੱਜ ਟਾਈਮ ਕੱਢ ਕੇ ਇੱਥੇ ਹਾਜ਼ਰੀ ਭਰੀ ਹੈ। ਆਉਣ ਵਾਲੇ ਬੁਲਾਰਿਆਂ ਤੋਂ ਤੁਸੀਂ ਕੌਮ ਦੇ ਪ੍ਰਤੀ ਜੋ ਆਪਣੇ ਪ੍ਰੋਗਰਾਮ ਹਨ ਉਹ ਸੁਣੋਗੇ। ਦਾਸ ਕੋਲੋਂ ਬੋਲਦਿਆਂ ਕੋਈ ਗਲਤੀ ਭੁੱਲ ਹੋ ਗਈ ਹੋਵੇ ਤੇ ਇੱਥੇ ਹੀ ਮਾਫੀ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਮੇਰੇ ਤੋਂ ਪਹਿਲਾਂ ਅਜੀਜ਼ ਇਕਬਾਲ ਸਿੰਘ ਨੇ ਪੂਰਾ ਜੋ ਪ੍ਰੋਗਰਾਮ ਉਹ ਕਰਕੇ ਇੰਡੀਆ ਦੱਸ ਦਿੱਤਾ ਹੈ, ਔਰ ਮੇਰੇ ਅਜੀਜ਼ ਸ਼ਮਸ਼ੇਰ ਸਿੰਘ ਜੀ ਅੰਮ੍ਰਿਤਸਰ, ਉਹਨਾਂ ਨੇ ਵੀ ਆਪ ਨੂੰ ਵਿਸਤਾਰ ਵੀ ਦੱਸ ਦਿੱਤਾ ਹੈ ਸੰਘਰਸ਼ ਦੇ ਬਾਰੇ, ਕਿਉਂਕਿ ਉਹ ਸੰਘਰਸ਼ ਦਾ ਇੱਕ ਹਿੱਸਾ ਰਹੇ ਹਨ। ਉਹਨਾਂ ਨੇ ਇਹ ਵੀ ਦੱਸਤਾ 2.5 ਲੱਖ ਦੇ ਕਰੀਬ ਸਾਡੇ ਸਿੰਘ ਸ਼ਹੀਦ ਹੋ ਚੁੱਕੇ ਨੇ ਸੰਘਰਸ਼ ਦੇ ਅੰਦਰ। ਸੰਘਰਸ਼ ਦੇ ਚਾਲੂ ਹੈ, ਅਜੇ ਕਿਸੇ ਸਿੱਟੇ 'ਤੇ ਅਸੀਂ ਨਹੀਂ ਪਹੁੰਚੇ, ਖੈਰ ਪਹੁੰਚਾਂਗੇ। ਬੇਨਤੀ ਅੱਜ ਸਭ ਤੋਂ ਪਹਿਲਾਂ ਆਪਾਂ ਸੰਤਾਂ ਦੀ ਬਰਸੀ ਮਨਾ ਰਹੇ ਹਾਂ। ਉਹਨਾਂ ਦੀ ਬਰਸੀ ਦੇ ਸਮਾਂ 'ਤੇ ਮੈਂ ਕਹਾਂਗਾ ਆਏ ਸਾਲ ਮਨਾਉਂਦੇ ਹਾਂ, ਮੈਂ ਵੀ ਆਉਂਦਾ ਹਾਂ ਔਰ ਕਈ ਗੱਲਾਂ ਕਰਕੇ ਉਹਨਾਂ ਦੇ ਜੀਵਨ ਦੇ ਬਾਰੇ, ਉਹਨਾਂ ਦੀਆਂ ਸਾਖੀਆਂ ਸੁਣ ਕੇ ਚਲੇ ਜਾਂਦੇ ਹਾਂ। ਇੱਕ ਦਿਨ ਯਾਦ ਰਹਿੰਦੀ, ਅਗਲੇ ਦਿਨ ਭੁੱਲ ਜਾਂਦੇ ਆ। ਸਾਰੇ ਭੈੜੇ ਕੰਮ ਕਰਦੇ ਆ ਜਿਹੜਾ ਉਹਨਾਂ ਨੇ ਵਰਜਿਆ ਸੀ। ਮੈਂ ਹਮੇਸ਼ਾ ਕਹਿੰਦਾ ਆਇਆ, ਮੈਂ ਉਹਨਾਂ ਦੇ ਜੀਵਨ ਦੇ ਬਾਰੇ ਤੁਹਾਨੂੰ ਸਾਖੀਆਂ ਨਾ ਕਦੇ ਸੁਣਾਈਆਂ, ਨਾ ਸੁਣਾਵਾਂਗਾ। ਮੈਂ ਆਪ ਸੁਣੀਆਂ ਨੇ, ਭਾਈ ਸਾਹਿਬ ਨੇ ਸ਼ਾਇਦ ਮੇਰੇ ਤੋਂ ਪਹਿਲਾਂ ਸੁਣਾ ਦਿੱਤੀਆਂ ਹੋਣਗੀਆਂ, ਪਰ ਮੈਂ ਪਹਿਲਾਂ ਵੀ ਕਿਹਾ ਸੀ ਕਿ ਜੇ ਉਹਨਾਂ ਦੀ ਚੱਕੀਆਂ ਚੱਲ ਸਕਦੀਆਂ, ਤੁਹਾਡੀਆਂ ਵੀ ਚੱਲ ਸਕਦੀਆਂ ਨੇ। ਉਹਨਾਂ ਦੀ ਚੱਕੀਆਂ ਚੱਲਣ ਦੀ ਬਾਣੀ ਦੇ ਆਸਰੇ, ਇਹ ਬਾਣੀ ਨੂੰ ਕਮਾਇਆ, ਪੜ੍ਹਿਆ, ਸਮਝਿਆ, ਕਮਾਇਆ ਜੀਵਨ ਦੇ ਅੰਦਰ ਚੱਲ ਚੱਲੀਆਂ। ਅਗਰ ਉਹੀ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਇਸ ਬਾਣੀ ਨੂੰ ਪੜ੍ਹੋਗੇ, ਸੁਣੋਗੇ, ਸਮਝੋਗੇ, ਕਮਾਵੋਗੇ, ਤੁਹਾਡੇ ਵੀ ਕੰਮ ਰਾਸ ਹੋ ਸਕਦੇ ਨੇ। ਪਹਿਲੀ ਚੀਜ਼ ਤਾਂ ਇਹ ਹੈ ਕਿ ਉਹਨਾਂ ਦੀ ਅਗਰ ਬਰਸੀ ਮਨਾਉਣੀ ਹੈ, ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲਦੇ ਹਾਂ, ਉਹਨਾਂ ਦੇ ਜਿਹੜੇ ਤੁਹਾਨੂੰ ਸਿੱਖਿਆ ਦਿੱਤੀ ਉਹਨੂੰ ਮੰਨੋ, ਉੱਤੇ ਚਲੋ। ਤਦ ਹੀ ਆਉਣ ਦਾ, ਬਰਸੀਆਂ ਮਨਾਉਣ ਦਾ ਫਾਇਦਾ। ਨਹੀਂ ਤੇ ਆਓ ਪਕੌੜੇ ਖਾਓ, ਜਲੇਬੀਆਂ ਖਾਓ, ਚਲੇ ਜਾਓ। ਇਹਦਾ ਕੋਈ ਫਾਇਦਾ ਨਹੀਂ, ਕੁਛ ਪੱਲੇ ਨਹੀਂ ਪੈਣਾ, ਕੋਈ ਪ੍ਰਾਪਤੀ ਨਹੀਂ ਹੈ। ਇਹੀ ਬੇਨਤੀ ਕਰਾਂਗਾ। ਉਹਨਾਂ ਨੇ ਜੋ ਗੱਲਾਂ ਕਹੀਆਂ ਸਨ, ਗੁਰਸਿੱਖ ਬਣੋ, ਅੰਮ੍ਰਿਤ ਛਕੋ, ਬੱਚਿਆਂ ਨੂੰ ਪੜ੍ਹਾਓ, ਆਪ ਪੜ੍ਹੋ, ਚੰਗੇ ਵਿਦਵਾਨ ਬਣੋ, ਡਾਕਟਰ ਬਣੋ, ਇੰਜੀਨੀਅਰ ਬਣੋ, ਨਾ ਕਿ ਇੱਥੇ ਆ ਕੇ ਮਜ਼ਦੂਰੀਆਂ ਕਰੋ, ਟੋਕਰੀਆਂ ਢੋ।
ਜੇ ਤੁਸੀਂ ਨਹੀਂ ਪੜੋਗੇ, ਸੰਤਾਂ ਦੀ ਗੱਲ ਨਹੀਂ ਮੰਨੋਗੇ, ਟੋਕਰੀਆਂ ਢੋਣ ਜੋਗੇ ਰਹਿ ਜਾਓਗੇ, ਜਾਂ ਟਾਵਰ ਤੇ ਦੌੜਨ ਜੋਗੇ ਰਹਿ ਜਾਓਗੇ, ਛੱਲੇ ਵੇਚਣ ਜੋਗੇ ਰਹਿ ਜਾਓਗੇ, ਚੰਗੀ ਪੋਸਟ ਨਹੀਂ ਮਿਲੇਗੀ। ਇਹ ਕੋਈ ਇੱਜ਼ਤਦਾਰ ਨਹੀਂ। ਪੈਸੇ ਜ਼ਰੂਰ ਕਮਾ ਸਕਦੇ, ਪੈਸੇ ਬੜੇ ਢੰਗਾਂ ਨਾਲ ਕਮਾਏ ਜਾ ਸਕਦੇ ਬੇਈਮਾਨ ਨਾਲ। ਆ ਕਰੋੜਪਤੀ ਅੱਜ ਕੱਲ੍ਹ ਅਰਬਪਤੀ ਕਰੋੜਪਤੀ ਪਿੱਛੇ ਰਹਿ ਗਿਆ। ਅਸੀਂ ਲੱਖਪਤੀ ਸੁਣਦੇ ਸੀ, ਕਦੇ ਇੱਕ ਦੋ ਹੁੰਦਾ ਸੀ। ਅੱਜ ਕਰੋੜਪਤੀ ਅਰਬਪਤੀਆਂ ਦਾ ਕੋਈ ਗਿਣਤੀ ਨਹੀਂ ਹੈ, ਔਰ ਗਰੀਬਾਂ ਦੀ ਵੀ ਕੋਈ ਗਿਣਤੀ ਨਹੀਂ, ਉਹ ਵੀ ਵੱਧ ਗਏ ਨੇ। ਭਾਵ ਕਰਨ ਦਾ ਪੈਸੇ ਕਮਾ ਸਕਦੇ ਹੋ, ਪਰ ਪੈਸੇ ਨਾਲ ਸ਼ਾਂਤੀ ਨਹੀਂ ਮਿਲੇਗੀ। ਫਿਰ ਭੁੱਖ ਵੱਧਦੀ ਜਾਏਗੀ, ਸਹਿਜ ਘਟੇ ਲੱਖ ਉੱਠਦਾ ਹੈ, ਚੰਦ ਵੱਧਦੀ ਜਾਏਗੀ। ਆਪਣੀ ਇੱਛਾਵਾਂ ਨੂੰ ਗੁਰਬਾਣੀ ਪੜ੍ਹ ਕੇ ਤੇ ਸਾਬਨ ਕਰੋਗੇ, ਉਹਨੂੰ ਸੀਮਿਤ ਕਰੋ, ਸੰਤੁਸ਼ਟ ਰਹੋ। ਇੱਕ ਬੰਦਾ ਥੋੜ੍ਹੇ ਜਿਹੇ ਸੰਤੁਸ਼ਟ ਹੈ, ਇੱਕ ਬਹੁਤਾ ਖਾਵੇ, ਫਿਰ ਉਹਦੇ ਕੋਲ ਕਿੰਨੀਆਂ ਕੋਠੀਆਂ ਸੋ ਫਿਰ ਹੋਰ ਬਣਾਈ ਜਾਂਦਾ, ਹੋਰ ਫਾਰਮ ਖਰੀਦੀ ਚਾਹੇ ਕੋਈ ਰਾਜਸਥਾਨ ਖਰੀਦਿਆ, ਕੋਈ ਸਵਿਸ ਦੇ ਬੈਂਕਾਂ ਨੂੰ ਭਰੀ ਜਾਂਦਾ। ਭੁੱਖ ਨਹੀਂ ਮਿਟਦੀ। ਤੁਸੀਂ ਪੈਸੇ ਕਮਾਓ, ਜ਼ਰੂਰ ਹੈ, ਇਹ ਗੁਜਰਾਨ ਹੈ, ਪਰ ਇਮਾਨਦਾਰੀ ਨਾਲ ਕਮਾਓ। ਔਰ ਚੰਗੇ ਆਪਣੇ ਇਲਾਕੇ 'ਚ ਤੁਸੀਂ ਨਹੀਂ ਪੜ੍ਹ ਸਕੇ, ਆਪਣੀ ਔਲਾਦ ਨੂੰ ਪੜ੍ਹਾ ਕੇ ਉਹ ਐਜ਼ ਏ ਸਕਿਲਡ ਪਰਸਨ ਕੈਨੇਡਾ ਅਮਰੀਕਾ ਜਾ ਸਕਦੇ ਅਗਰ ਉਹਨਾਂ ਨੂੰ ਕੁਆਲੀਫਿਕੇਸ਼ਨ ਹੈ। ਤੁਹਾਡੇ ਵਾਂਗ ਢੁੱਕ ਨਹੀਂ ਢੋਣਗੇ। ਇਹ ਨਾ ਕਰੋ ਜੇ ਤੁਸੀਂ ਮਜ਼ਦੂਰ ਆਪਣੇ ਔਲਾਦਾਂ ਨੂੰ ਘੱਟ ਤੋਂ ਘੱਟ ਸੰਤਾਂ ਦੀ ਗੱਲ ਮੰਨ ਕੇ ਆਪਣੀ ਔਲਾਦ ਨੂੰ ਪੜ੍ਹਾ ਕੇ ਚੰਗੇ ਸਿਟੀਜ਼ਨ ਬਣਾਓ, ਔਰ ਅੱਛੀ ਪੋਸਟਾਂ ਦੇ ਬਾਹਰ ਭੇਜੋ। ਜੇ ਭੇਜਣਾ ਇੰਗਲੈਂਡ ਕੈਨੇਡਾ, ਇਸ ਤਰ੍ਹਾਂ ਭੇਜੋ ਮਜ਼ਦੂਰ ਬਣਾ ਕੇ। ਇਹ ਬੇਨਤੀ ਤੁਹਾਨੂੰ ਮੈਂ ਕਰਨਾ ਹੈ। ਜਿੱਤਣਾ ਹੈ, ਕਾਮਯਾਬ ਹੋਣਾ, ਟਾਈਮ ਦੀ ਪਾਬੰਦੀ, ਡਿਸਪਲਿਨ ਰੱਖੋ, ਏਕਤਾ ਰੱਖੋ, ਨਹੀਂ ਤੇ ਪੱਲੇ ਕੁਛ ਨਹੀਂ ਪੈਣਾ। ਸੰਘਰਸ਼ ਸ਼ੁਰੂ ਹੋਇਆ, ਬੜਾ ਚੋਟੀ ਤੇ ਗਿਆ, ਇੱਕਦਮ ਥੱਲੇ ਡਿੱਗਿਆ। ਕਿਉਂ ਡਿੱਗਿਆ? ਇਹਨਾਂ ਦੋ ਚੀਜ਼ਾਂ ਦੀ ਘਾਟ ਸੀ। ਵਰਲਡ ਵਾਰ ਲੱਗੀ, ਦੁਨੀਆ ਦੇ ਅੰਦਰ ਇੰਨਾ ਕੁਛ ਤਹਲਕਾ ਮਚ ਗਿਆ, ਔਰ ਇਹ ਵੈਸਟਰਨ ਲੋਕ ਅਮਰੀਕਾ ਹਾਰਦੇ ਜਾ ਰਹੇ ਸੀ। ਚਰਚਲ ਸੀ ਪ੍ਰਾਈਮ ਮਿਨਿਸਟਰ ਇੰਗਲੈਂਡ ਦਾ। ਉਹਨੇ ਹੁਕਮ ਦਿੱਤਾ ਹਰੇਕ ਬੱਸ ਦੇ, ਹਰ ਇੱਕ ਕਾਰ ਦੇ, ਹਰ ਇੱਕ ਘਰ ਦੇ ਵੀ ਦਾ ਲਫ਼ਜ਼ ਲਾ ਦਿਓ, ਵਿਕਟਰੀ। ਉਹਨੇ ਫਿਊਜ਼ ਕਰਤਾ ਦਿਮਾਗ ਦੇ ਅੰਦਰ। ਮੇਰੇ ਕੋਲ 35 ਸ਼ਹੀਦਾਂ ਦੀ ਲਿਸਟ ਦਿੱਤੀ ਫੌਜੀ ਸਾਹਿਬ ਨੇ, ਜਿਹਦੇ ਵਿੱਚ ਇੱਕ ਬੰਗਾਲੀ ਹੈ ਜਿਹੜਾ ਮੇਰਾ ਖਿਆਲ ਹੈ ਲੈਫਟੀਨੈਂਟ ਹੈ। ਬਾਕੀ ਸਾਰੇ 34 ਸਿੰਘ ਨੇ ਜਿਨ੍ਹਾਂ 'ਚ ਕਾਰਗਿਲ ਸ਼ਹੀਦੀਆਂ ਪਾਈਆਂ ਸੀ। ਤੁਹਾਨੂੰ ਪਤਾ ਹੈ ਮਰਨ ਵਾਸਤੇ ਸਿੱਖਾਂ ਨੂੰ ਅੱਗੇ ਕਰਦੇ ਨੇ, ਅਤੇ ਤਰੱਕੀਆਂ ਵਾਸਤੇ ਜਿਹੜੇ ਆਪਣੇ ਹਿੰਦੂਆਂ ਨੂੰ, ਬਾਹਮਣਾਂ ਨੂੰ, ਜਿਹੜੇ ਉਹਨਾਂ ਨੂੰ ਕਰਦੇ ਨੇ। ਅਤੇ ਇਹ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸੀ। ਅੱਜ ਅਸੀਂ ਸਾਰਿਆਂ ਨੇ ਉਹਨਾਂ ਦੇ ਵਾਸਤੇ ਵੀ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਉਹਨਾਂ ਸਿੰਘਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਜਿਹੜੀ ਅਸੀਂ ਲੈ ਕੇ 47 ਦਿੱਤੀ ਸੀ, ਉਹਦੇ ਵਾਸਤੇ ਫਿਰ ਸ਼ਹੀਦੀਆਂ ਪਾਈਆਂ। ਪਰ ਇਹਨਾਂ ਵੀ ਮੁੱਲ ਨਹੀਂ ਪੈ ਰਿਹਾ ਸਾਧ ਜੀ। ਤਦੇ ਮੁੱਲ ਪਏਗਾ ਜਦ ਆਜ਼ਾਦ ਹੋ ਗਏ, ਖਾਸ ਤਰ੍ਹਾਂ ਹੋ ਗਏ, ਫਿਰ ਇਹਨਾਂ ਦੇ ਨਾਂ ਇੱਥੇ ਕੰਧਾਂ 'ਤੇ ਲੱਗਣਗੇ। ਸੋ ਕਿਰਪਾ ਕਰਕੇ ਇਹਨਾਂ ਦੀ ਸ਼ਹੀਦੀਆਂ ਨੂੰ ਵੀ ਫੁੱਲ ਚੜ੍ਹਨ, ਔਰ ਇਹ ਵੀ ਕਾਮਯਾਬ ਹੋਣ। ਜੇ ਸਾਡਾ ਕੱਲ੍ਹ ਨੂੰ ਆਪਣਾ ਘਰ ਹੋ ਜਾਏ, ਅਸੀਂ ਆਜ਼ਾਦ ਹੋ ਜਾਈਏ, ਭੁੱਲਾਂ ਭੁੱਲਾਂ ਦੀ ਖੰਭਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੰਗਤਾਂ ਦੇ ਨਾਲ ਸਾਂਝੇ ਕਰਨ। ਸਾਡੇ ਕੋਲ ਜਥੇਦਾਰ ਸਾਹਿਬ ਵੀ ਪਹੁੰਚ ਚੁੱਕੇ ਹਨ, ਫੌਜੀ ਸਾਹਿਬ ਵੀ ਰਣਜੀਤ ਸਿੰਘ ਜੀ ਫੌਜੀ, ਅਤੇ ਉਹਨਾਂ ਦੇ ਨਾਲ ਕਪੂਰਥਲੇ ਤੋਂ ਇੱਕ ਸਿੰਘ ਸਾਡੇ ਕੋਲ ਪਹੁੰਚੇ ਹਨ। ਮੈਂ ਸਾਰਿਆਂ ਨੂੰ ਇੱਥੇ ਪਹੁੰਚਣ 'ਤੇ ਜੀ ਆਇਆਂ ਆਖਦਾ ਹਾਂ। ਸੋ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਲਗਭਗ ਸਾਰੇ ਗੁਰੂ ਘਰਾਂ ਨੇ ਇੱਥੇ ਅੱਜ ਹਾਜ਼ਰੀ ਲਗਵਾਈ ਹੈ, ਅਤੇ ਪਹਿਲੀ ਵਾਰੀ ਸਾਨੂੰ ਇੱਕ ਸੰਤੁਸ਼ਟੀ ਮਿਲੀ ਹੈ ਕਿ ਅਸੀਂ ਜੋ ਪ੍ਰੋਗਰਾਮ ਸਰਬ ਸਾਂਝੀਵਾਲਤਾ ਦਾ 1984 ਦੇ ਦੰਗਾ ਪੀੜਤਾਂ ਨੂੰ ਨਿਆਂ ਦਿਵਾਉਣ ਵਾਸਤੇ ਜੋ ਉਪਰਾਲਾ ਕੀਤਾ ਹੈ, ਉਹਦੇ ਵਿੱਚ ਸਾਰਿਆਂ ਨੇ ਹੀ ਅੱਜ ਪਹੁੰਚ ਕੇ ਹਾਜ਼ਰੀ ਲਗਾਈ ਹੈ। ਬੂੰਦੀ ਗੁਰੂ ਘਰ ਦੀ ਸੰਪੂਰਨ ਪ੍ਰਬੰਧਕ ਕਮੇਟੀ 'ਤੇ ਪਹੁੰਚੀ ਸੀ। ਲਬੁਰਜੇ ਗੁਰੂ ਘਰ ਦੇ ਪ੍ਰਬੰਧਕ ਵੀ ਹਾਜ਼ਰੀ ਲਗਵਾ ਕੇ ਗਏ ਨੇ। ਸ਼੍ਰੀ ਗੁਰੂ ਰਵਿਦਾਸ ਸਭਾ ਦੇ ਮੈਂਬਰ ਵੀ ਇੱਥੇ ਸਾਰੇ ਹੀ ਬੈਠੇ ਹਨ। ਸੋ ਲਓ ਹੁਣ ਅਸੀਂ ਵਿਚਾਰ ਸੁਣੀਏ ਸ਼੍ਰੀ ਹਰਵਿੰਦਰ ਸਹਿਗਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਮਹਾਰਾਜ ਦੇ ਗੋਦ ਸਮਾਜ ਦੀ ਸੇਵਾ ਕੀਤੀ, ਔਰ ਸੰਸਾਰ ਦੇ ਕੋਨੇ-ਕੋਨੇ ਵਿੱਚ ਉਹ ਲੋਕ ਅਮਰੀਕਾ, ਕੈਨੇਡਾ, ਇੰਗਲੈਂਡ, ਯੂਰਪ ਦੀ ਧਰਤੀ 'ਤੇ, ਇਟਾਲੀਆ, ਫਰਾਂਸ, ਸਾਰੇ ਮੁਲਕਾਂ ਵਿੱਚ ਉਹਨਾਂ ਦੀ ਇਹ ਬਰਸੀ ਮਨਾ ਰਹੇ ਆ। ਤੁਸੀਂ ਬੜੇ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਉਹਨਾਂ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਇਹ ਜ਼ਿੰਦਗੀ ਦਾ ਰਾਹ ਚੁਣਿਆ। ਉਹਨਾਂ ਨੇ ਮਿਹਨਤ ਅਤੇ ਲਗਨ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰਨਿਆਂ 'ਤੇ ਚੱਲ ਕੇ ਆਪਣੇ ਸਮਾਜ ਨੂੰ ਜੋ ਦੇਣ ਦਿੱਤੀ ਹੈ, ਖਾਸ ਕਰਕੇ ਬੀਬੀਆਂ ਭੈਣਾਂ ਨੂੰ ਸਿੱਖਿਆ ਵਾਸਤੇ ਜਾਂ ਹੋਰ ਜਿਹੜੀਆਂ ਸਹੂਲਤਾਂ ਦਵਾਈਆਂ,
ਉਹ ਬਹੁਤ ਹੀ ਸ਼ਲਾਘਾਯੋਗ ਹਨ। ਔਰ ਅੱਜ ਪੈਰਿਸ ਵਿੱਚ ਵੀ ਉਹਨਾਂ ਦੀ ਇਹ ਬਰਸੀ ਮਨਾਈ ਜਾ ਰਹੀ ਹੈ। ਇਹਦੇ ਵਿੱਚ ਸਾਰੀ ਸੰਗਤ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ। ਦੂਸਰਾ ਜਿਹੜਾ ਪ੍ਰੋਗਰਾਮ 84 ਦੇ ਸਾਡੇ ਸਿੱਖਾਂ ਦੇ ਘੱਲੂ ਘਾਰੇ ਵਾਸਤੇ ਅੱਜ ਇੱਥੇ ਦੱਸ ਰਹੇ ਆ, ਇਹ ਸਾਡੇ ਜੀਵਨ ਵਿੱਚ ਇਹ ਬੜੀ ਅਹਿਮ ਘਟਨਾ ਹੈ। ਅਸੀਂ ਇਤਿਹਾਸ ਪੜ੍ਹਿਆ ਕਿਸੇ ਜ਼ਮਾਨੇ ਵਿੱਚ ਜਦੋਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਨੀਆ 'ਤੇ ਆਏ, ਉਦੋਂ ਵੀ ਇਹ ਜਿਹੜੀ ਹਨੇਰਗਰਦੀ ਸਾਰੇ ਸਮਾਜ ਵਿੱਚ ਮਚੀ ਸੀ। ਉਦੋਂ ਤੋਂ ਲੈ ਕੇ ਗੁਰੂਆਂ ਨੇ ਇਹਦੇ ਵਿੱਚ ਬਗਾਵਤ ਦਾ ਝੰਡਾ ਖੜਾ ਕਰਕੇ ਸਾਡੇ ਸਮਾਜ ਨੂੰ, ਜਿਹੜੇ ਗਰੀਬ ਲੋਕ ਸਨ ਜਿਨ੍ਹਾਂ ਨੂੰ ਹੱਕਾਂ ਤੋਂ ਵਾਂਝੇ ਰੱਖਿਆ ਗਿਆ ਸੀ, ਉਹਨਾਂ ਵਾਸਤੇ ਜਦੋਜਹਿਦ ਕਰਕੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ। ਉਹਦੇ ਤੋਂ ਸੇਧ ਲੈ ਕੇ ਪੰਜਾਬ ਦੀ ਧਰਤੀ 'ਤੇ ਮਿਸਲਾਂ ਆਈਆਂ, ਜਿਨ੍ਹਾਂ ਤੋਂ ਸਿੱਖਾਂ ਨੂੰ ਉਸ ਜ਼ਮਾਨਾ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੂੰ ਯਾਦ ਹੋਣਾ ਚਾਹੀਦਾ ਕਿ ਜਦੋਂ ਅਹਿਮਦ ਸਾਹਿਬ ਅਬਦਾਲੀ ਕਦੇ ਦਿੱਲੀ ਦੀ ਲੁੱਟ ਖਸੁੱਟ ਤੋਂ ਬਾਅਦ ਪੰਜਾਬ ਵਿੱਚ ਹੀ ਲੰਘਦਾ, ਅਤੇ ਸਿੱਖ ਹੀ ਐਸੀ ਕੌਮ ਸੀ ਜਿਹੜੀ ਉਹਨੂੰ ਰੋਕਦੀ ਸੀ ਦੁਨੀਆ 'ਤੇ। ਔਰ ਕਈ ਵਾਰੀ ਲਾਹੌਰ ਵਿੱਚ ਉਹਨੇ ਆਪਣੇ ਗਵਰਨਰਾਂ ਨੂੰ ਪੁੱਛਿਆ ਵੀ ਕਿਹੜੇ ਲੋਕ ਆ ਜਿਹੜੇ ਮੇਰੇ ਨਾਲ ਲੜਨ ਲਈ ਤਿਆਰ ਰਹਿੰਦੇ ਆ। ਉਹ ਕਹਿੰਦੇ ਇਹ ਸਿੱਖ ਹੀ ਆ, ਮਾਰੇ ਤਾਂ ਬਹੁਤ ਆ ਪਰ ਫੇਰ ਵੀ ਥੋੜ੍ਹੇ ਵਾਲੇ ਬੱਚੇ ਖੁਸ਼ੇ ਰਹਿ ਜਾਂਦੇ ਜਿਹੜੇ ਤੁਹਾਡਾ ਰਾਹ ਰੋਕ ਕੇ ਆਪਣਾ ਜਿਹੜਾ ਤੁਹਾਡਾ ਮਾਲ ਜਿਹੜਾ ਛਡਾਉਂਦੇ ਜਾਂ ਧੀਆਂ ਭੈਣਾਂ ਨੂੰ ਛਡਾਉਂਦੇ। ਸੋ ਉਹਨੇ ਇੱਕ ਵਾਰੀ ਬਿਆਨ ਵੀ ਕੀਤਾ ਵੀ ਜਦੋਂ ਮਾਰਦੇ ਆ ਤਾਂ ਇਹਨਾਂ ਦੇ ਘਰ ਘਾਟ ਦੇਖੋ, ਜਿੱਥੇ ਵੀ ਹੈ ਇਹਨਾਂ ਨੂੰ ਖਤਮ ਕਰੋ। ਉਹ ਕਹਿੰਦੇ ਇਹ ਘਰ ਇਹਨਾਂ ਦਾ ਕੋਈ ਨਹੀਂ, ਜੰਗਲਾਂ 'ਚ ਰਹਿੰਦੇ ਆ, ਘੋੜਿਆਂ ਦੀਆਂ ਕਾਠੀਆਂ 'ਤੇ ਸੌਂਦੇ ਆ, ਅਤੇ ਇਹ ਉੱਥੇ ਹੀ ਆਪਣਾ ਟਾਈਮ ਪਾਸ ਕਰਦੇ ਆ। ਉਹ ਕੌਮ ਜਿਹੜੀ ਅੱਜ ਦਰ ਭਟਕ ਰਹੀ ਆ, ਕਿਉਂਕਿ ਸਾਡੇ ਵਿੱਚ ਏਕਤਾ ਨਹੀਂ, ਸਾਡੇ ਵਿੱਚ ਉਹ ਆਪਣੀ ਕੁਰਬਾਨੀ ਦਾ ਜਜ਼ਬਾ ਜ਼ਰੂਰ ਹੈ ਪਰ ਅਸੀਂ ਕਿਸੇ 'ਤੇ ਭਰੋਸਾ ਨਹੀਂ ਰੱਖਦੇ। ਸੋ ਉਹ ਕੌਮ ਨੂੰ ਹਮੇਸ਼ਾ ਵੀ ਬਹੁਤ ਚਾਂਸ ਮਿਲੇ ਆਪਣੇ ਆਜ਼ਾਦੀ ਵਾਸਤੇ, 47 ਵਿੱਚ ਵੀ ਬਹੁਤ ਚਾਂਸ ਮਿਲੇ, ਉਦੋਂ ਪਹਿਲਾਂ ਵੀ ਆਪਣਾ ਸਿੱਖਾਂ ਦਾ ਰਾਜ ਰਿਹਾ, ਪਰ ਭਰੋਸੇਮੰਦ ਜਰਨੈਲ ਜਿਹੜੇ ਇਹਨਾਂ 'ਤੇ ਭਰੋਸਾ ਨਹੀਂ ਕਰਦੇ ਲੋਕ, ਉਹਨਾਂ ਕਰਕੇ ਆਪਣਾ ਰਾਜਕਾਰ ਨਹੀਂ ਬਣਾ ਸਕੇ। ਸੋ ਸਾਨੂੰ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਅਜੇ ਵੀ 84 ਨੂੰ ਬੀਤਿਆਂ ਬਹੁਤ ਸਾਲ ਹੋ ਗਏ, ਸਾਡੇ ਆਪਣੇ ਜੀਵਨ ਦੀ ਘਟਨਾ ਹੁਣ ਆਉਣ ਵਾਲੇ ਸਾਲਾਂ ਵਿੱਚ ਇਹ ਇਨਸਾਨੀ ਜੀਵਨ ਜਿਹੜਾ ਬਹੁਤਾ ਦੇਰ ਨਹੀਂ ਰਹਿੰਦਾ। ਤੁਸੀਂ ਆਉਣ ਵਾਲੇ ਬੱਚਿਆਂ ਨੂੰ ਇਹ ਗਾਈਡ ਲੈਣ ਦਿਓ ਵੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਸਾਨੂੰ 10ਵੇਂ ਪਾਤਸ਼ਾਹ ਨੇ ਜੋ ਵੀ ਸਾਨੂੰ ਸਾਰਾ ਕੁਝ ਦਿੱਤਾ ਉੱਤੇ ਅਮਲ ਕਰਨਾ ਚਾਹੀਦਾ। ਸਾਨੂੰ ਇਹ ਜਿੱਦਾਂ ਵੀ ਵਰਤਾਂ ਵਾਸਤੇ ਜਾਂ ਹੋਰ ਵੀ ਚੀਜ਼ਾਂ ਜਿਹੜੀਆਂ ਅਸੀਂ ਲੋਕਾਂ ਦੀਆਂ ਨਕਲਾਂ ਕਰਕੇ ਆਪਣੇ ਜੀਵਨ ਵਿੱਚ ਅਡਾਪਟ ਕੀਤੀਆਂ, ਉਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਚਾਹੀਦਾ ਦੁਨੀਆ 'ਤੇ। ਇਹ ਉਹ ਗ੍ਰੰਥ ਆ ਜਿਹੜਾ ਸਾਰੀ ਦੁਨੀਆ 'ਤੇ 5ਵੇਂ ਨੰਬਰ 'ਤੇ, ਜਿਹਦੇ ਵਿੱਚ ਸਾਇੰਸ ਅੱਜ ਤਰੱਕੀ ਦੇ ਯੁੱਗ ਵਿੱਚ ਵੀ ਇਹਦੇ 'ਤੇ ਰਿਸਰਚ ਕਰ ਰਹੀ ਹੈ ਵੀ ਕਿੰਨੀ ਧਰਤੀ, ਕਿੰਨੇ ਪਤਾਲ, ਕਿੰਨਾ ਸਾਰਾ ਕੁਝ ਦੁਨੀਆ 'ਤੇ ਬਣਿਆ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ। ਸੋ ਸਾਨੂੰ ਹਮੇਸ਼ਾ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਨ ਸਤਿਕਾਰ ਕਰਨਾ ਚਾਹੀਦਾ ਔਰ ਸਾਨੂੰ ਪੂਰਨ ਭਰੋਸਾ ਕਰਨਾ ਚਾਹੀਦਾ। ਆਪਣੀ ਕੌਮ ਨੂੰ ਉੱਚਾ ਚੱਕਣ ਲਈ ਮਿਹਨਤ 'ਤੇ ਲੱਗਣ ਦੀ ਲੋੜ ਹੈ। ਅੱਜ ਦੇ ਯੁੱਗ ਵਿੱਚ ਸਾਡੇ ਵੀਰ ਜਿੰਨੀ ਵੀ ਜਦੋਜਹਿਦ ਕੀਤੀ, ਜਿਨ੍ਹਾਂ 'ਚ ਹੁਣ ਵੀਰ ਭੁੱਲਰ ਬਾਰੇ ਇੱਥੇ ਭਾਈ ਸਾਹਿਬ ਹੋਰਾਂ ਨੇ ਭੁੱਖ ਹੜਤਾਲ ਵੀ ਰੱਖੀ, ਹੋਰ ਵੀ ਕਈ ਚੀਜ਼ਾਂ ਜਿਹੜੀਆਂ ਆਮ ਸਮਾਜ ਵਿੱਚ ਲਿਆਂਦੀਆਂ, ਇਹਨਾਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਕਾਫੀ ਸਮਾਜ ਸੇਵਾ ਕੀਤੀ। ਸੋ ਅੱਜ ਦੇ ਯੁੱਗ ਵਿੱਚ ਵੀ ਤੁਸੀਂ ਦੇਖੋ ਟਾਈਮ ਫਰਾਂਸ ਦੀਆਂ ਸੰਗਤਾਂ ਘੱਲੂਘਾਰਾ ਦਿਵਸ ਮਨਾ ਰਹੇ ਹੋ, ਬੜੀ ਖੁਸ਼ੀ ਦੀ ਗੱਲ ਹੈ। ਮੈਂ ਥੋੜ੍ਹਾ ਜਿਹਾ ਦੱਸ ਦਵਾਂ ਕਿ ਮੈਂ ਟੂਰਿਸਟ ਵਿਜੇ 'ਤੇ ਇਟਲੀ ਆਇਆ ਸੀ ਅਤੇ ਉੱਥੋਂ ਮਨ ਕੀਤਾ ਵੀ ਫਰਾਂਸ ਵਿੱਚ ਵੀ ਸੰਗਤਾਂ ਦੇ ਦਰਸ਼ਨ ਕਰੀਏ। ਸ਼ੁੱਕਰਵਾਰ ਮੈਂ ਚਲੇ ਜਾਣਾ, ਜਿੱਦਾਂ ਭਾਈ ਸਾਹਿਬ ਨੇ, ਭੱਟੀ ਸਾਹਿਬ ਨੇ ਦੱਸਿਆ, ਪਰ ਸਰਦਾਰ ਗੁਰਦਿਆਲ ਸਿੰਘ ਜੀ ਹੋਣਾ ਦੇ ਨਾਲ ਬੜਾ ਪਿਆਰ ਪੈ ਗਿਆ। ਇਹ ਕਹਿਣ ਲੱਗੇ ਵੀ ਨਹੀਂ, ਤੁਸੀਂ 2-3 ਦਿਨ ਹੋਰ ਰੁਕੋ ਅਤੇ ਆਪਾਂ ਇਹ ਪ੍ਰੋਗਰਾਮ ਕਰਨਾ ਵਾ ਅਤੇ ਤੁਸੀਂ ਵੀ ਦੇਖ ਕੇ ਜਾਇਓ। ਸੋ ਬੜੀ ਖੁਸ਼ੀ ਹੋਈ ਆ। ਮੈਂ 1978 ਵਿੱਚ 2 ਮਹੀਨੇ ਇੱਥੇ ਫਰਾਂਸ ਵਿੱਚ ਰਹਿ ਗਿਆ ਵਾਂ। ਇੱਥੋਂ ਮੈਂ ਜਰਮਨ ਚਲੇ ਗਿਆ ਸੀ। 6 ਸਾਲ ਜਰਮਨ 'ਚ ਰਹਿ ਕੇ ਮੈਂ 83 ਵਿੱਚ ਇੰਡੀਆ ਚਲੇ ਗਿਆ ਸੀ। ਅੱਜ 35-37 ਸਾਲ ਬਾਅਦ ਫਿਰ ਇਸ ਧਰਤੀ 'ਤੇ ਤੁਹਾਡੇ ਦਰਸ਼ਨ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਸੋ ਗੱਲ ਚੱਲਦੀ ਸੀ ਸ਼ਹੀਦੀਆਂ ਦੀ।
ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਉਹਨਾਂ ਤੋਂ ਸ਼ਹੀਦੀਆਂ ਸਿੱਖ ਕੌਮ ਦੀਆਂ ਸ਼ੁਰੂ ਹੋਈਆਂ ਅਤੇ ਅੱਜ ਤੱਕ ਉਹ ਸ਼ਹੀਦੀਆਂ ਜਿਹੜੀਆਂ ਉਹ ਚੱਲੀਆਂ ਆ ਰਹੀਆਂ ਹਨ। 84 ਦਾ ਘੱਲੂਘਾਰਾ ਜਿਹੜਾ ਉਹ ਮੈਂ ਸਮਝਦਾ ਮੇਰੇ ਵਾਸਤੇ ਬੜਾ ਅਹਿਮੀਅਤ ਰੱਖਦਾ ਵਾ। ਗੁਰੂ ਘਰ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਕਿ 84 ਦਾ ਇਸ ਕਰਕੇ ਅਹਿਮੀਅਤ ਰੱਖਦਾ ਕਿ 84 ਦੇ ਘੱਲੂਘਾਰੇ ਵਿੱਚ ਮੈਂ ਪਹਿਲੋਂ ਥੋੜ੍ਹਾ ਜਿਹਾ ਕੁਛ ਸੇਵਨ ਕਰ ਲੈਂਦਾ ਸੀਗਾ, ਜਿੱਦਾਂ ਸ਼ਰਾਬ ਦਾ ਕਹਿ ਲਓ, ਪਰ ਉਦੋਂ ਦਾ ਐਸਾ ਮਨ ਨੂੰ ਧੱਕਾ ਲੱਗਾ। ਉਸ ਤੋਂ ਬਾਅਦ ਗੁਰੂ ਮਹਾਰਾਜ ਦੀ ਕਿਰਪਾ ਰਹੀ, ਵੱਡਿਆਂ ਦੀ ਆਸ਼ੀਰਵਾਦ ਰਹੀ, ਅਤੇ 84 ਵਿੱਚ ਹੀ ਮੇਰੇ ਬੇਟੇ ਦਾ ਜਨਮ ਦਿਨ ਆ। ਇਸ ਕਰਕੇ 84 ਦਾ ਘੱਲੂਘਾਰਾ ਜਿਹੜਾ ਮੇਰੇ ਵਾਸਤੇ ਬੜਾ ਅਹਿਮੀਅਤ ਰੱਖਦਾ। ਬੜੇ ਸਿੰਘ ਸ਼ਹੀਦ ਹੋਏ, ਬਹੁਤ ਕੁਛ ਹੋਇਆ। ਮੈਂ ਕੱਲ੍ਹ ਗੱਲ ਕਰ ਰਿਹਾ ਸੀ ਬੇਟੇ ਨਾਲ, ਕਹਿੰਦਾ ਤੁਸੀਂ ਡੈਡੀ ਜੀ ਲੇਟ ਕਿਉਂ ਹੋ ਗਏ ਆ। ਮੈਂ ਕਿਹਾ ਵੀ ਇੱਦਾਂ ਇੱਥੇ ਇੱਕ ਪ੍ਰੋਗਰਾਮ ਆ ਅਤੇ ਮੈਂ ਪ੍ਰੋਗਰਾਮ ਦੇਖਣਾ ਵਾ। ਸਾਡੇ ਭੱਟੀ ਸਾਹਿਬ, ਮੈਂ ਕਿਹਾ ਉਹਨਾਂ ਪਹਿਲੋਂ ਇੱਥੇ ਭੁੱਖ ਹੜਤਾਲ ਰੱਖੀ ਫਰਾਂਸ ਵਿੱਚ, ਫਿਰ ਜਾ ਕੇ ਉਹਨਾਂ ਇੰਡੀਆ ਜਾ ਕੇ ਭੁੱਖ ਹੜਤਾਲ ਰੱਖ ਕੇ ਆਏ ਆ। ਜਿਹੜੇ ਨਿਰਦੋਸ਼ ਸਿੰਘ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਰਹੀ ਆ, ਉਹਨਾਂ ਦੇ ਸੰਬੰਧ ਵਿੱਚ ਬੇਟਾ ਗਾੜੀਓ ਕਹਿੰਦਾ ਭੱਟੀ ਸਾਹਿਬ ਕਿਹੜੇ ਨਡਾਲੇ ਵਾਲੇ ਆ। ਮੈਂ ਕਿਹਾ ਹਾਂਜੀ। ਮੈਂ ਕਿਹਾ ਬੇਟਾ ਤੂੰ ਕਿੱਦਾਂ ਜਾਣਦਾ। ਕਹਿੰਦਾ ਉਹਨਾਂ ਦੀ ਬੇਟੀ ਮੇਰੇ ਨਾਲ ਪੜ੍ਹਦੀ ਰਹੀ ਆ ਕਪੂਰਥਲੇ। ਕਹਿੰਦਾ ਉਹ ਬਾਅਦ 'ਚ ਫਰਾਂਸ ਆ ਗਈ ਸੀ, ਉਹਨਾਂ ਦੀ ਬੇਟੀ ਮੇਰੇ ਨਾਲ ਪੜ੍ਹਦੀ ਰਹੀ ਆ। ਸੋ ਕਹਿਣ ਦਾ ਭਾਵ ਜਦੋਂ ਤੁਰੀਏ ਤਾਂ ਕਈ ਸੰਬੰਧ ਜੁੜ ਜਾਂਦੇ ਆ। ਸੋ ਭੱਟੀ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੋ। ਇੱਥੋਂ ਦੀਆਂ ਸੰਗਤਾਂ ਵਧਾਈ ਦੀਆਂ ਪਾਤਰ ਹਨ, ਜਿਨ੍ਹਾਂ ਨੇ ਤੁਹਾਨੂੰ ਅੱਜ ਸਾਰੇ ਗੁਰੂ ਘਰਾਂ 'ਚੋਂ ਜਿੱਦਾਂ ਤੁਸੀਂ ਦੱਸਿਆ ਆ ਕੇ ਤੁਹਾਨੂੰ ਇਹ ਮਾਣ ਬਖਸ਼ਿਆ ਹੈ। ਸਿੱਖ ਕੌਮ ਸ਼ਹੀਦਾਂ ਦੇ ਸਿਰ 'ਤੇ ਜਿਉਂਦੀ ਹੈ, ਅਤੇ ਸ਼ਹੀਦੀ ਜਿਹੜੀ ਇੱਕ ਬਹੁਤ ਸਿੱਖੀ ਵਾਸਤੇ ਅਹਿਮ ਹੈ। ਤੁਸੀਂ ਉਹਨਾਂ ਵਾਸਤੇ ਜੋ ਕਰ ਰਹੇ ਹੋ, ਕੀਤਾ ਹੋ, ਤੁਸੀਂ ਬਹੁਤ ਹੀ ਵਧਾਈ ਦੇ ਪਾਤਰ ਹੋ। ਇੱਕ ਸਿੱਖ ਦਾ ਜੋ ਫਰਜ਼ ਬਣਦਾ ਹੈ ਉਹ ਤੁਸੀਂ ਕਰ ਰਹੇ ਹੋ। ਗੱਲ ਚੱਲ ਰਹੀ ਸੀ, ਭਾਈ ਸਾਹਿਬ ਸਰਦਾਰ ਗੁਰਦਿਆਲ ਸਿੰਘ ਜੀ ਇੱਕ ਦਿਨ ਕਹਿੰਦੇ ਆ ਵੀ ਆਪਾਂ ਥੋੜ੍ਹਾ TV 'ਤੇ ਧਰਮ ਬਾਰੇ, ਧਰਮ ਕੀ ਆ। ਧਰਮ ਤੇ ਸਾਨੂੰ ਗੁਰੂ ਸਾਹਿਬ ਨੇ ਜਿੱਦਾਂ ਸਾਨੂੰ ਸਿੱਖ ਧਰਮ ਦਿੱਤਾ, ਦੂਜੇ ਸਾਰੇ ਧਰਮਾਂ ਨੂੰ ਆਪੋ ਆਪਣੇ ਗੁਰੂਆਂ ਨੇ ਧਰਮ ਦਿੱਤਾ। ਪਰ ਗਾਂ ਸਾਡਾ ਫਰਜ਼ ਬਣਦਾ ਸਾਡਾ ਧਰਮ ਕੀ ਆ, ਸਾਡਾ ਧਰਮ ਕੀ ਕਹਿੰਦਾ, ਅਸੀਂ ਆਪਣੇ ਧਰਮ ਵਾਸਤੇ ਜਾਂ ਹੋਰ ਦੁਨੀਆ ਵਾਸਤੇ ਕੀ ਕਰਦੇ ਆ। ਮੈਂ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਲਾਇਨਸ ਕਲੱਬ ਇੱਕ ਇਹੋ ਜਿਹਾ ਵਾ ਜਿਹੜਾ ਦੁਨੀਆ ਦੇ 206 ਮੁਲਕਾਂ ਵਿੱਚ ਫੈਲਿਆ ਹੋਇਆ ਵਾ ਅਤੇ 14 ਲੱਖ ਉਹਦੇ ਮੈਂਬਰ ਆ। ਮੈਂ ਉਸ ਦਾ ਮੈਂਬਰ ਤਕਰੀਬਨ 20 ਸਾਲ ਤੋਂ ਚੱਲਿਆ ਆ ਰਿਹਾ। ਮੈਂ ਧਰਮ ਦੀ ਗੱਲ ਕਰਦੀ ਵੀ ਕਿਹੋ ਜਿਹਾ ਧਰਮ ਹੋਣਾ ਚਾਹੀਦਾ ਇਨਸਾਨ ਦਾ। ਸਾਡੇ ਕਪੂਰਥਲੇ ਰੇਲ ਕੋਚ ਫੈਕਟਰੀ ਆ, ਉੱਥੋਂ ਦਾ ਇੱਕ ਸਿੰਘ ਬੰਬੇ ਚਲੇ ਗਿਆ, ਉੱਥੇ ਜਾ ਕੇ ਉਹ ਬਿਮਾਰ ਹੋ ਗਿਆ, ਉੱਥੇ ਉਹਦਾ ਕੋਈ ਨਹੀਂ ਸੀ। ਉਹਨੇ ਸਾਡੇ ਕਲੱਬ ਨੂੰ ਫੋਨ ਕੀਤਾ ਇੱਥੋਂ ਨੰਬਰ ਲੈ ਕੇ ਕਿਤਿਓਂ ਕਿ ਮੈਂ ਬੰਬੇ ਜਾ ਕੇ ਮੁਸੀਬਤ ਵਿੱਚ ਫਸ ਗਿਆ, ਮੇਰਾ ਕੋਈ ਉਪਰਾਲਾ ਕਰੋ। ਸਾਡੇ ਕਲੱਬ ਨੇ, ਲਾਇਨਸ ਕਲੱਬ ਨੇ ਬੰਬੇ ਉੱਥੋਂ ਦੇ ਗਵਰਨਰ ਨੂੰ ਫੋਨ ਕੀਤਾ ਕਿ ਸਾਡਾ ਇੱਕ ਸਿੰਘ ਬੰਬੇ ਆ ਕੇ ਬਿਮਾਰ ਹੋ ਗਿਆ, ਉਹਦਾ ਕੋਈ ਰਿਸ਼ਤੇਦਾਰ ਨਹੀਂ, ਅਤੇ ਤੁਸੀਂ ਉਹਦੀ ਹੈਲਪ ਕਰੋ। ਪਰਮਾਤਮਾ ਗੁਰੂ ਮਹਾਰਾਜ ਸਾਹਮਣੇ ਮੈਂ ਜਾਣ ਕੇ ਕਹਿੰਦਾ, ਉਹ ਸਿੰਘ ਨੇ ਆ ਕੇ ਸਾਡੇ ਕਲੱਬ ਦਾ ਇੰਨਾ ਧੰਨਵਾਦ ਕੀਤਾ ਕਿ ਉਹ ਕਹਿੰਦਾ ਕਿ ਮੇਰੇ ਘਰ ਦੇ ਵੀ ਜਾਂ ਮੇਰੇ ਰਿਸ਼ਤੇਦਾਰ ਰਲ ਕੇ ਵੀ ਮੇਰੀ ਉਹ ਸੇਵਾ ਨਹੀਂ ਸੀ ਕਰ ਸਕਦੇ ਜਿਹੜਾ ਤੁਹਾਡੇ ਉਹ ਲਾਇਨਸ ਕਲੱਬ ਦੇ ਬੰਬੇ ਦੇ ਸਿੰਘਾਂ ਨੇ ਸੇਵਾ ਕੀਤੀ ਆ। ਸੋ ਕਹਿਣ ਦਾ ਭਾਵ ਮੈਂ ਇੱਕ ਆਪਣੇ 'ਤੇ ਵਾਪਰੀ ਹੋਈ ਘਟਨਾ ਦੱਸਣੀ ਚਾਹੁੰਦਾ। ਸਾਡਾ
ਫਗਵਾੜੇ ਸਾਡੇ ਜਿਹੜੇ ਮੀਟਿੰਗਾਂ ਹੁੰਦੀਆਂ ਉਹ ਤਕਰੀਬਨ ਰਾਤ ਨੂੰ ਹੁੰਦੀਆਂ, ਜਦੋਂ ਸਿੰਘ ਵਿਹਲੇ ਹੋ ਜਾਂਦੇ ਆ ਜਾਂ ਜਿਹੜੇ ਮੈਂਬਰ ਉਹ ਵਿਹਲੇ ਹੋ ਜਾਂਦੇ ਆ। ਫਗਵਾੜੇ ਲਿੱਲੀ ਇੱਕ ਹੋਟਲ ਹੈਗਾ, ਤੁਸੀਂ ਬਹੁਤ ਸਾਰੇ ਜਾਣਦੇ ਹੋਣਗੇ, ਬਹੁਤ ਵੱਡਾ ਹੋਟਲ ਆ। ਉਹਦੇ ਵਿੱਚ ਸਾਡੀ ਮੀਟਿੰਗ ਚੱਲਦੀ ਸੀ। ਉਸ ਮੀਟਿੰਗ ਵਿੱਚ ਸਾਡੇ 12:30 ਵੱਜ ਗਿਆ ਸਾਨੂੰ ਉੱਥੇ। ਜੋ 12:30 ਵੱਜ ਗਿਆ ਤੇ ਅਸੀਂ ਕਪੂਰਥਲੇ ਆਏ। ਉੱਥੇ ਡਾਕਟਰ ਥਿੰਦ ਹਸਪਤਾਲ ਦਾ ਜਿਹੜਾ ਡਾਕਟਰ ਆ, ਉਹ ਮੇਰਾ ਮਿੱਤਰ ਆ, ਬੜਾ ਪਿਆਰਾ। ਮੈਂ ਉਹਦੀ ਗੱਡੀ ਵਿੱਚ ਹੀ ਉਹਦੇ ਨਾਲ ਗਿਆ ਸੀ। ਅਸੀਂ ਤਕਰੀਬਨ 1 ਵਜੇ ਕਪੂਰਥਲੇ ਪਹੁੰਚੇ। ਉੱਥੇ ਮੇਰਾ ਸਕੂਟਰ ਪਿਆ ਸੀ, ਮੈਂ ਲੈ ਕੇ ਆਪਣੇ ਪਿੰਡ ਜਾ ਰਿਹਾ ਸੀ। ਜਦੋਂ ਕਪੂਰਥਲੇ ਤੋਂ ਬਾਹਰ ਮੈਂ ਨਿਕਲਿਆ ਹੀ ਅਜੇ, ਤੇ ਉੱਥੇ ਗੱਡੀ ਦਾ ਐਕਸੀਡੈਂਟ ਹੋਇਆ ਪਿਆ ਸੀ। ਗੱਲ ਆਪਾਂ ਉਦੋਂ ਧਰਮ ਦੀ ਕਰਦੇ ਸੀ ਨਾ, ਬੰਦਾ ਦਾ ਧਰਮ ਕਿੱਥੇ ਚੱਲਦਾ। ਉਹ ਐਕਸੀਡੈਂਟ ਰਾਤ ਨੂੰ 1 ਵਜੇ, ਕੋਈ ਉੱਥੇ ਦਿਨੇ ਨਹੀਂ ਬੰਦਾ ਚੱਕਦਾ, ਇੰਡੀਆ ਦਾ ਇਹੋ ਜਿਹਾ ਕੰਮ ਆ। ਮੈਂ ਦੇਖਿਆ, ਮੈਂ ਕਿਹਾ ਗੱਡੀ ਦਾ ਐਕਸੀਡੈਂਟ ਹੋ ਗਿਆ, ਵਿੱਚ ਇੱਕ ਜਵਾਨ ਪਿਆ ਵਾ। ਮੈਂ ਕੋਸ਼ਿਸ਼ ਕੀਤੀ ਸਕੂਟਰ ਖੜਾ ਕਰਕੇ ਉਹ ਬਾਰੀ ਖੋਲ੍ਹਣ ਦੀ, ਪਰ ਉਹ ਨਹੀਂ ਖੁੱਲ੍ਹੀ। ਫਿਰ ਲਾਗੇ, ਉਹ ਗਰਮੀਆਂ ਦੇ ਦਿਨ ਸੀ, ਲਾਗੇ ਹੀ ਪਰਲੇ ਬੰਦਿਆਂ ਲੋਕ ਕੁਛ ਮੁੰਡੇ ਦਾ ਰਾਤ ਨੂੰ ਖੁੱਲ੍ਹਾ ਜਿਹਾ ਵਿਹੜਾ ਸੀ ਅਤੇ ਵਿੱਚ ਟੈਲੀਵਿਜ਼ਨ ਰੱਖ ਕੇ ਦੇਖ ਰਹੇ ਸੀ, ਫਿਲਮ ਦੇਖ ਰਹੇ ਸੀ। ਮੈਂ ਉਹਨਾਂ ਨੂੰ ਆਵਾਜ਼ ਮਾਰੀ, ਉਹ 2 ਜਣੇ ਆਏ ਸੀ। ਆਏ ਅਤੇ ਕਹਿੰਦੇ ਜੀ ਕੀ ਗੱਲ ਆ ਜੀ? ਮੈਂ ਕਿਹਾ ਗੱਲ ਆ ਵੀ ਆਪਾਂ ਮੁੰਡੇ ਨੂੰ ਵਿੱਚੋਂ ਕੱਢਣਾ ਗੱਡੀ ਦਿਓ। ਕਹਿੰਦੇ ਇਹਨੂੰ ਕੱਢ ਕੇ ਕੀ ਕਰਾਂਗੇ ਰਾਤ ਨੂੰ 1 ਵਜੇ? ਮੈਂ ਕਿਹਾ ਯਾਰ ਤੁਸੀਂ ਕੱਢੋ ਤਾਂ ਸਹੀ ਮੇਰੇ ਨਾਲ। ਅਸੀਂ ਉਹ ਬਾਰੀ ਖਿੱਚੀ, ਉਹ ਮੁੰਡੇ ਨੂੰ ਬਾਹਰ ਕੱਢਿਆ। ਜਦੋਂ ਦੇਖਿਆ ਉਹ ਬੇਹੋਸ਼ ਹੋਇਆ ਪਿਆ। ਕਹਿੰਦੇ ਹੁਣ ਕੀ ਕਰੀਏ? ਮੈਂ ਕਿਹਾ ਕੁਛ ਨਹੀਂ ਕਰਨਾ, ਪਰਨਾ ਉਹਦੇ ਵਿੱਚ ਪਿਆ ਸੀ, ਇਹਨੂੰ ਤੁਸੀਂ ਚੱਕ ਕੇ, ਮੈਂ ਸਕੂਟਰ ਸ਼ਹਿਰ ਨੂੰ ਫੇਰ ਮੋੜ ਲਿਆ, ਮੇਰੇ ਪਿੱਛੇ ਰੱਖ ਕੇ ਅਤੇ ਸਾਨੂੰ 2 ਨੂੰ ਬੰਨ੍ਹ ਦਿਓ। ਉਹਨਾਂ ਘੁੱਟ ਕੇ ਸਾਨੂੰ ਬੰਨ੍ਹ ਦਿੱਤਾ। ਜਦੋਂ ਬੰਨ੍ਹ ਦਿੱਤਾ ਸਾਨੂੰ ਘੁੱਟ ਕੇ, ਤਾਂ ਮੈਂ ਹੌਲੀ ਹੌਲੀ ਸਕੂਟਰ ਜਾ ਕੇ ਹਸਪਤਾਲ, ਜਦੋਂ ਬੈਲ ਮਾਰੀ, ਅੰਦਰੋਂ ਆਏ ਅਤੇ ਉਹਨਾਂ ਨੇ ਖੋਲ੍ਹ ਕੇ ਅਤੇ ਉਹਨੂੰ ਅੰਦਰ ਲੈ ਕੇ ਗਏ। ਡਾਕਟਰ ਸਾਹਿਬ ਮੈਨੂੰ ਪੁੱਛਣ ਲੱਗੇ, ਹਾਂ ਵੀ ਇਹ ਕੌਣ ਆ ਤੁਹਾਡਾ, ਲਿਖਾਓ। ਮੈਂ ਕਿਹਾ ਮੇਰਾ ਤਾਂ ਕੁਛ ਨਹੀਂ ਗਾ, ਮੈਂ ਤਾਂ ਇਨਸਾਨੀਅਤ ਤੌਰ 'ਤੇ ਮੈਂ ਆਪਣਾ ਧਰਮ ਸਮਝਿਆ ਵੀ ਮੈਂ ਇਹਨੂੰ ਲਿਜਾ ਕੇ। ਅਤੇ ਕਹਿੰਦੇ ਰਾਤ ਨੂੰ 1 ਵਜੇ? ਮੈਂ ਕਿਹਾ ਜੀ ਬਸ ਮੇਰਾ ਦਿਲ ਕੀਤਾ। ਮੈਂ ਉਹਨੂੰ ਜੀ ਲਿਜਾ ਕੇ ਉੱਥੇ ਦਾਖਲ ਕਰਾਇਆ। ਬਾਹਰ ਇੱਕ ਸ਼ਰਮਾ ਹੈਗੀ ਆ, ਸ਼ਰਮਾ ਮੈਡੀਕਲ ਸਟੋਰ, ਉੱਥੇ ਲੈਣ ਗਿਆ। ਉਹ ਮੇਰਾ ਮਿੱਤਰ ਸੀਗਾ। ਕੜੋ ਸਾਹਿਬ ਤੁਸੀਂ ਕਿੱਧਰ ਆ ਇਸ ਵੇਲੇ? ਮੈਂ ਕਿਹਾ ਜੀ ਮੈਂ ਇੱਕ ਬੰਦਾ ਲੈ ਕੇ ਆਇਆ। ਕੌਣ ਆ? ਮੈਂ ਕਿਹਾ ਮੈਨੂੰ ਨਹੀਂ ਪਤਾ ਕੌਣ ਆ, ਮੈਂ ਤਾਂ ਲੈ ਕੇ ਆਇਆ। ਸਾਡੇ ਯਾਰ ਤੇਰੇ ਕੰਮ ਇਹੋ ਜਿਹਾ ਹੈ। ਮੈਂ ਚਲੋ ਠੀਕ ਆ। ਕਿਦਾ ਕਿ ਉਹ ਕੀ ਕਰਦਾ ਵਾ? ਔਰ ਉਸ ਗੱਲ ਦਾ ਜਦੋਂ ਸਾਡੇ ਕਲੱਬ ਨੂੰ ਪਤਾ ਲੱਗਾ ਦਿਨੇ, ਸਾਰੇ ਉੱਥੇ ਆਏ, ਸਾਰੇ ਉਹਨੂੰ ਮਿਲੇ। ਔਰ ਮੈਨੂੰ ਉਹ ਗਵਰਨਰ ਨੇ, ਸਾਡਾ ਜਿਹੜਾ ਗਵਰਨਰ ਹੁੰਦਾ, ਉਹ ਤਕਰੀਬਨ ਸਾਡਾ ਅੱਧਾ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ, ਇਹ ਸਾਰਾ ਬਣ ਕੇ ਇੱਕ ਗਵਰਨਰ ਬਣਦਾ। ਉਸ ਗਵਰਨਰ ਨੇ ਮੈਨੂੰ ਸਪੈਸ਼ਲੀ ਸਨਮਾਨਿਤ ਕੀਤਾ। ਮੈਂ ਚਾਹੁੰਦਾ ਨਹੀਂ ਇਹ ਗੱਲ ਦੱਸਣੀ, ਪਰ ਮੈਂ ਇੱਕ ਸਿੱਖ ਦਾ ਧਰਮ ਕੀ ਹੋਣਾ ਚਾਹੀਦਾ ਉਹਦੇ ਬਾਰੇ ਦੱਸਣਾ ਚਾਹੁੰਦਾ ਸੀ ਵੀ ਆਪਾਂ ਨੂੰ ਜਿੰਨਾ ਵੀ ਹੋ ਸਕੇ ਕਿਸੇ ਦੀ ਹੈਲਪ ਜਿਹੜੀ ਉਹ ਜਿੰਨੀ ਹੋ ਸਕੇ ਕਰਨੀ ਚਾਹੀਦੀ ਆ। ਸੋ ਤੁਸੀਂ, ਮੈਂ ਸਮਾਂ ਬਹੁਤ ਲੈ ਗਿਆ, ਤੁਸੀਂ ਸਾਰੇ ਇੱਥੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਿੱਖ ਕੌਮ ਨੂੰ ਸੇਧ ਦੇ ਰਹੇ ਆ, ਅਤੇ ਮੈਂ ਚਾਹੂੰਗਾ ਕਿ ਇਸੇ ਤਰ੍ਹਾਂ ਸੇਧ ਦਿੰਦੇ ਰਹੋ। ਪੱਟੀ ਸਾਹਿਬ, ਤੁਹਾਡਾ ਜੋ ਕੌਮ ਵਾਸਤੇ ਤੁਸੀਂ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਾਂਗਾ ਸਰਦਾਰ ਰਾਜਵੀਰ ਸਿੰਘ ਜਤੁੰਗ, ਉਹ ਆ ਕੇ 1 ਜਾਂ 2 ਮਿੰਟ ਵਾਸਤੇ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨ। ਰਾਜਵੀਰ ਸਿੰਘ ਜਤੁੰਗ, ਉਸ ਤੋਂ ਬਾਅਦ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਫੌਜੀ, ਅਤੇ ਲਾਸਟ ਦੇ ਵਿੱਚ ਸਾਡੇ ਜਥੇਦਾਰ ਸਾਹਿਬ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ। ਅਤੇ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਕਿ ਜੇਕਰ ਹੋਰ ਕਿਸੇ ਨੇ, ਸੋਢੀ ਸਾਹਿਬ ਨੇ ਅਖੀਰ 'ਚ ਆਪਣਾ ਸ਼ਬਦ ਪੜ੍ਹਨਾ ਹੈ, ਜੇਕਰ ਹੋਰ ਕਿਸੇ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨੇ ਹੋਣ ਤਾਂ ਸਾਨੂੰ ਆ ਕੇ ਆਪਣਾ ਨਾਮ ਜਿਹੜਾ ਉਹ ਜ਼ਰੂਰ ਲਿਖਾ ਸਕਦਾ ਹੈ, ਦੱਸ ਸਕਦਾ ਹੈ। ਸਟੇਜ ਸਾਂਝੀ ਹੈ, ਸਾਰਿਆਂ ਨੂੰ ਬੋਲਣ ਦਾ ਮੌਕਾ ਇੱਥੋਂ ਜਿਹੜਾ ਮਿਲਦਾ ਹੈ ਅਤੇ ਮਿਲਦਾ ਰਹੇਗਾ। ਅਤੇ ਆਓ ਅਸੀਂ ਵਿਚਾਰ ਸੁਣੀਏ ਭਾਈ ਸਾਹਿਬ ਭਾਈ ਰਾਜਵੀਰ ਸਿੰਘ ਜੀ ਤੋਂ। ਗੁਰੂ ਦਰਬਾਰ ਵਿੱਚ ਜੁੜ ਬੈਠੇ ਗੁਰੂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀ, ਹਾਜ਼ਰੀ ਦਰ ਪ੍ਰਵਾਨ ਹੋਵੇ। ਚੜ੍ਹਦੀ ਕਲਾ ਵਿੱਚ ਫਤਿਹ ਦਾ ਜੋਗ ਉਤਰ ਦੇ ਕੇ ਧੰਨਵਾਦੀ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਧੰਨਤਾ ਦੇ ਪਾਤਰ ਹਾਂ ਜੋ 1984 ਜੂਨ ਦਾ ਸਾਕਾ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਇਕੱਠੇ ਬੈਠੇ ਹਾਂ। ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ ਬਰਸੀ ਦੇ ਸੰਬੰਧ ਦੇ ਵਿੱਚ ਅੱਜ ਇਕੱਠੇ ਹੋਏ ਹਾਂ। ਮੇਰੇ ਤੋਂ ਪਹਿਲਾਂ ਮੇਰੇ ਅਤੀ ਸਤਿਕਾਰਯੋਗ ਬੁਲਾਰੇ ਵੀਰਾਂ ਨੇ ਬੜੇ ਹੀ
ਭਾਵਪੂਰਕ ਤਰੀਕੇ ਦੇ ਨਾਲ ਸਾਰਾ ਹੀ ਸਾਡਾ ਪਿਛਲਾ ਦਿਖਾਂਤ 1984 ਵਿੱਚ ਜੋ ਵਾਪਰਿਆ, ਇਸ ਤੋਂ ਪਿੱਛੋਂ ਵੀ ਜੋ ਸਾਡੇ ਨਾਲ ਧੱਕੇ ਹੁੰਦੇ ਆਏ ਉਹ ਦੱਸੇ। ਮੈਂ ਆਪ ਜੀ ਦੇ ਨਾਲ ਇੱਕ ਦੋ ਬੇਨਤੀਆਂ ਕਰਨੀ ਚਾਹੁੰਦਾ ਹਾਂ ਕਿ ਹਿੰਦੁਸਤਾਨ ਦੀ ਇਸ ਹਿੰਦੂ ਸਰਕਾਰ ਨੇ ਸਿੱਖਾਂ ਦੇ ਕੀਤੇ ਹੋਏ ਸਾਰੇ ਹੀ ਪਰਉਪਕਾਰ ਭੁੱਲ ਕੇ ਆਜ਼ਾਦੀ ਤੋਂ ਬਾਅਦ ਥੋੜ੍ਹਾ ਚਿਰ ਬਾਅਦ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਸਿੱਖ ਹਿੰਦੂਆਂ ਦਾ ਹੀ ਇੱਕ ਛੋਟਾ ਜਿਹਾ ਅੰਗ ਨੇ, ਇਹ ਹਿੰਦੂ ਨੇ, ਕਿਉਂਕਿ ਉਹ ਭੁੱਲ ਚੁੱਕੇ ਸਨ ਗੁਰੂ ਨਾਨਕ ਸਾਹਿਬ ਦੇ ਉਹ ਸ਼ਬਦ ਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਸਿੱਖ ਕੌਮ, ਸਿੱਖ ਧਰਮ ਇੱਕ ਵੱਖਰਾ ਧਰਮ ਹੈ, ਇਹਦਾ ਆਪਣਾ ਹੀ ਬਾਣਾ ਹੈ, ਆਪਣੀ ਬੋਲੀ ਹੈ, ਆਪਣਾ ਲਿਬਾਸ ਹੈ, ਆਪਣਾ ਹੀ ਗੁਰੂ ਗ੍ਰੰਥ ਸਾਹਿਬ ਹੈ। ਹਿੰਦੂ ਸਰਕਾਰ ਭੁੱਲ ਗਈ ਸੀ ਕਿ ਇਹਨਾਂ ਦੇ ਪੁਰਖਿਆਂ ਨੇ ਹਿੰਦੂ ਧਰਮ ਵਾਸਤੇ, ਹਿੰਦੂ ਵਾਸਤੇ ਕੀ ਕੁਝ ਕੀਤਾ, ਕਿਉਂਕਿ ਮਿਸਰ ਦੇ ਸ਼ਹਿਰ ਵਿੱਚ ਜਿੱਥੇ ਬੱਕਰੇ ਦਾ ਮੁੱਲ 1 ਰੁਪਈਆ ਪੈਂਦਾ ਸੀ, ਊਠ ਦਾ ਮੁੱਲ 5-7 ਰੁਪਏ ਪੈਂਦਾ ਸੀ, ਤਿੱਤਰ ਦਾ ਮੁੱਲ ਵੀ ਕੁਝ ਪੈਸਿਆਂ ਦੇ ਵਿੱਚ ਪੈਂਦਾ ਸੀ, ਲੇਕਿਨ ਹਿੰਦੁਸਤਾਨ ਦੀ ਸੁੰਦਰ ਨਾਰੀ ਦਾ ਮੁੱਲ ਕੌਡੀਆਂ ਦੇ ਵਿੱਚ ਪੈਂਦਾ ਸੀ। ਉਸ ਦੇ ਲਈ ਸਾਡੇ ਖਾਲਸਾ ਨੇ ਦਰਾ ਖੈਬਰ ਦੇ ਦਰਵਾਜ਼ੇ ਤੇ ਪਹਿਰਾ ਲਾ ਕੇ ਉਸ ਨੂੰ ਬੰਦ ਕੀਤਾ, ਨਾਦਰ ਸ਼ਾਹ ਅਬਦਾਲੀ ਦੀਆਂ ਨਾਸਾਂ ਗੁੰਮ ਕੀਤੀਆਂ। ਇਹ ਸਾਰੇ ਹੀ ਪਰਉਪਕਾਰ ਭੁੱਲ ਗਏ। ਇਹਨਾਂ ਨੇ ਸਿਰਫ ਇੱਕ ਆਪਣਾ ਧਰਮ ਸਮਝ ਲਿਆ ਹੈ, ਆਪਣਾ ਫਰਜ਼ ਸਮਝ ਲਿਆ ਹੈ, ਜੋ ਕਿ ਜਿਹੜੀਆਂ ਬਹੁ ਗਿਣਤੀ ਸਰਕਾਰਾਂ ਹੁੰਦੀਆਂ ਨੇ ਉਹ ਆਪਣਾ ਧਰਮ ਸਮਝਦੀਆਂ ਨੇ, ਆਪਣਾ ਫਰਜ਼ ਸਮਝਦੀਆਂ ਨੇ, ਛੋਟੀਆਂ ਗਿਣਤੀ ਵਾਲੀਆਂ ਕੌਮਾਂ ਨੂੰ, ਗੁਲਾਮ ਕੌਮਾਂ ਨੂੰ ਆਪਣੇ ਨਾਲ ਨਿਗਲ ਲੈਣਾ, ਆਪਣੇ ਵਿੱਚ ਸਮਾ ਲੈਣਾ। ਉਹਨਾਂ ਨੇ ਆਪਣਾ ਇਹ ਧਰਮ ਸਮਝ ਲਿਆ ਹੈ, ਲੇਕਿਨ ਜੋ ਸਾਡੇ ਸਿੱਖਾਂ ਦਾ, ਜੋ ਖਾਲਸੇ ਦਾ ਧਰਮ ਹੁੰਦਾ ਸੀ, ਜਿਹੜਾ ਵੀ ਜਰਵਾਣਾ ਚੜ੍ਹ ਕੇ ਆਉਂਦਾ ਸੀ, ਜੋ ਇਹਨਾਂ ਤੇ ਜੁਰਮ ਕਰਦਾ ਸੀ, ਉਸ ਦਾ ਇਹ ਡਟ ਕੇ ਵਿਰੋਧ ਕਰਦੇ ਸੀ, ਉਸ ਨੂੰ ਸਬਕ ਦਿੰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਵੇਖ ਲਓ, ਗੁਰੂ ਹਰਗੋਬਿੰਦ ਸਿੰਘ ਦੇ ਸਮੇਂ ਤੋਂ ਦੇਖ ਲਓ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਹਨਾਂ ਦਾ ਚੜ੍ਹਦੀ ਕਲਾ ਦੇ ਨਾਲ ਬਦਲਾ ਲਿਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਾਂਤਮਈ ਸ਼ਹੀਦੀ ਹੋਈ, ਗੁਰੂ ਗੋਬਿੰਦ ਸਿੰਘ ਜੀ ਨੇ ਚੜ੍ਹਦੀ ਕਲਾ ਨਾਲ ਬਦਲਾ ਲਿਆ। 1984 ਵਿੱਚ ਅਟੈਕ ਹੋਇਆ ਤੇ ਸਾਡੇ ਸਿੰਘਾਂ ਨੇ ਬੀਬੀ ਇੰਦਰਾ ਤੋਂ ਬਦਲਾ ਲਿਆ, ਜਨਰਲ ਵੈਦਿਆ ਤੋਂ ਬਦਲਾ ਲਿਆ। ਅੱਜ ਅਸੀਂ ਆਪਣਾ ਧਰਮ ਸਿੱਖ ਭੁੱਲ ਗਏ ਹਾਂ। ਅਸੀਂ ਹੁਣ ਮੈਮੋਰੈਂਡਮਾਂ ਦੇ ਚੱਕਰਾਂ ਦੇ ਵਿੱਚ ਪੈ ਗਏ ਹਾਂ। ਇਸ ਤਰ੍ਹਾਂ ਸਾਨੂੰ ਧਰਮ ਨਹੀਂ ਮਿਲਣਾ। ਜਿਸ ਤਰ੍ਹਾਂ ਅਸੀਂ ਆਪਣੇ ਪੁਰਾਤਨ, ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਵੇਖਾਂਗੇ, ਜਿਸ ਤਰ੍ਹਾਂ ਉਹ ਜ਼ਾਲਮ ਨੂੰ ਸਬਕ ਸਿਖਾਉਂਦੇ ਰਹੇ ਨੇ, ਜਿੰਨਾ ਚਿਰ ਅਸੀਂ ਆਪਣਾ ਧਰਮ ਸਮਝਦੇ ਹੋਏ ਇਸੇ ਤਰ੍ਹਾਂ ਕੀਤੇ ਹੋਏ ਜ਼ੁਲਮਾਂ ਦਾ ਬਦਲਾ ਨਹੀਂ ਲੈਂਦੇ, ਇਹ ਜ਼ਾਲਮ ਨੇ ਕਾਬੂ ਨਹੀਂ ਆਉਣਾ। ਅੱਜ ਹੀ ਨੌਜਵਾਨ ਵੀਰ ਆਪਣਾ ਧਰਮ ਸਮਝ ਲੈਣ। ਦੁਸ਼ਮਣ ਦੇ ਕੰਨ ਤੇ ਜਦੋਂ ਤੱਕ ਟੱਕ ਨਹੀਂ ਹੁੰਦਾ ਉਹਨਾਂ ਚਿਰ ਇਹਨਾਂ ਨੇ ਬੰਦੇ ਨਹੀਂ ਬਣਨਾ। ਇਸ ਕਰਕੇ ਸਿੱਖੋ, ਆਪਣਾ ਧਰਮ ਸਮਝੋ। ਮੈਮੋਰੈਂਡਮਾਂ ਦੇ ਚੱਕਰਾਂ ਵਿੱਚ, ਮੰਗ ਪੱਤਰਾਂ ਦੇ ਚੱਕਰਾਂ ਵਿੱਚ ਆਪਾਂ ਬਹੁਤਾ ਨਾ ਪਈਏ। ਜੋ ਖਾਲਸੇ ਦਾ ਧਰਮ ਹੈ, ਜੋ ਸਿੱਖਾਂ ਦਾ ਧਰਮ ਹੈ, ਪੁਰਾਤਨ ਸਮੇਂ ਤੋਂ ਚੱਲਦੇ ਆ ਰਹੇ ਨੇ। ਜਿਸ ਤਰ੍ਹਾਂ ਜ਼ਾਲਮ ਜ਼ੁਲਮ ਕਰਦਾ ਹੈ, ਉਸੇ ਤਰ੍ਹਾਂ ਹੀ ਉਹਦੇ ਕੰਨ ਦੇ ਪਿੱਛੇ ਜਾ ਕੇ ਟੱਕ ਕਰੀਏ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਫਰਾਂਸ ਦੇ ਨੌਜਵਾਨ ਨੇਤਾ ਭਾਈ ਸਾਹਿਬ ਭਾਈ ਰਾਜਵੀਰ ਸਿੰਘ ਜੀ ਤੁੰਗ, ਜਿਨ੍ਹਾਂ ਨੇ ਬਹੁਤ ਹੀ ਜੋਸ਼ੀਲੀ ਆਵਾਜ਼ ਦੇ ਵਿੱਚ ਜੋ ਸਾਡੀਆਂ ਪੁਰਾਤਨ ਰੀਤਾਂ ਹਨ ਜਾਂ ਪੁਰਾਤਨ ਸਾਡੇ ਤਰੀਕੇ ਰਹੇ ਹਨ ਕਿ ਅਸੀਂ ਆਪਣੀ ਸਿੱਖ ਧਰਮ ਨੂੰ ਕਿਸ ਤਰ੍ਹਾਂ ਬਚਾਉਣਾ ਹੈ, ਕਿਸ ਤਰ੍ਹਾਂ ਉਹਨੂੰ ਜਿੰਦਾ ਰੱਖਣਾ ਹੈ, ਉਹਦੇ ਬਾਰੇ ਆਪਣੇ ਵਿਚਾਰਾਂ ਦੇ ਨਾਲ ਸੰਗਤਾਂ ਨੂੰ ਦੱਸਿਆ ਹੈ। ਅਸੀਂ ਉਹਨਾਂ ਦੇ ਅਤੀ ਧੰਨਵਾਦੀ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰੀ ਦੇ ਵਿੱਚ ਸਿੱਖ ਕੌਮ ਕਤਲੇਗਾਰ ਦਿਵਸ ਮਨਾਉਂਦੇ ਹੋਏ ਅੱਜ ਉਹ ਸਮੂਹ ਸ਼ਹੀਦਾਂ ਦੇ ਯਾਦ ਦੇ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਰੱਖੇ ਗਏ ਮਹਾਨ ਇਸ ਦਿਹਾੜੇ ਨੂੰ ਚਾਰ ਚੰਨ ਲਾਉਂਦੇ ਹੋਇਆਂ ਔਰ ਇਕਬਾਲ ਸਿੰਘ ਜੀ ਭੱਟੀ, ਜਿਨ੍ਹਾਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਔਰ ਸਮੂਹ ਸ਼ਹੀਦਾਂ ਦੀ ਰਿਹਾਈ ਦੇ ਮੁਤਲਕ ਜਿਹੜੀ ਭੁੱਖ ਹੜਤਾਲ ਰੱਖੀ ਸੀ, ਉਹਦੇ ਵਿੱਚ ਵੀ ਅੱਜ ਵਿਚਾਰਾਂ ਹੋਈਆਂ। ਸੋ ਬਾਬਾ ਰਣਜੀਤ ਸਿੰਘ ਜੀ ਸਾਰਾ ਕੁਛ ਹੀ ਵਿਸਥਾਰ ਦੇ ਨਾਲ ਦੱਸ ਗਏ ਨੇ ਔਰ ਭਾਈ ਸਾਹਿਬ ਭਾਈ ਰਾਜਵੀਰ ਸਿੰਘ ਜੀ, ਉਹਨਾਂ ਨੇ ਵੀ ਆਪਣੀ ਆਵਾਜ਼ ਦੇ ਵਿੱਚ ਸਾਰਾ ਕੁਝ ਦੱਸਿਆ ਔਰ ਕੁਝ ਦੱਸਣਯੋਗ ਹੁਣ ਬਾਕੀ ਰਹਿ ਨਹੀਂ ਗਿਆ। ਅਤੇ ਭਾਈ ਸਾਹਿਬ ਭਾਈ ਇਕਬਾਲ ਸਿੰਘ ਜੀ ਭੱਟੀ ਸਾਹਿਬ, ਜੋ ਤੁਸੀਂ ਕਦਮ ਚੱਕਿਆ ਹੈ ਇਹ ਸ਼ਲਾਘਾਯੋਗ ਹੈ ਔਰ ਸਿੱਖ ਕੌਮ ਨੂੰ ਔਰ ਫਰਾਂਸ ਦੀ ਸਿੱਖ ਕੌਮ ਨੂੰ ਮੈਂ ਤਾਂ ਕਹਿੰਦਾ ਖਾਸ ਕਰਕੇ ਇਹ ਮਾਣ ਹੋਣਾ ਚਾਹੀਦਾ ਕਿ ਫਰਾਂਸ ਦੇ ਵਿੱਚੋਂ ਕੋਈ ਨਾ ਕੋਈ ਸਿੱਖ
ਇਹ ਪਹਿਲ ਕਦਮੀ ਦੇ ਵਿੱਚ ਆਪਣਾ ਹਿੱਸਾ ਪਾਇਆ ਔਰ ਤੁਸੀਂ ਵਧਾਈ ਦੇ ਪਾਤਰ ਹੋ। ਔਰ ਤੁਹਾਡਾ ਵੈਸੇ ਵੀ ਸਿੱਖ ਕੌਮ ਦੇ ਜਿਹੜੇ ਬਾਕੀ ਰਹਿੰਦੇ ਕੰਮ ਨੇ ਜੋ ਤੁਸੀਂ ਕਰ ਰਹੇ ਹੋ, ਉਹਨਾਂ ਵਿੱਚ ਵੀ ਬਹੁਤ ਤੁਸੀਂ ਉੱਗੇ ਹੋਏ ਲੀਡਰ ਹੋ ਔਰ ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ। ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਾਲ ਇੱਕ ਬਹੁਤ ਵੱਡੇ ਲੈਵਲ ਤੇ ਇੱਕ ਸਮਾਗਮ ਜਿਹੜਾ ਦਸਤਾਰ ਦੇ ਸੰਬੰਧ ਦੇ ਵਿੱਚ ਕਰਵਾਇਆ ਜਾਣਾ ਹੈ, ਉਹ ਅਸੀਂ ਪਹਿਲਾਂ ਅਖਬਾਰਾਂ ਦੇ ਵਿੱਚ ਵੀ ਦਿੱਤਾ ਸੀ ਤੇ ਸਟੇਜਾਂ ਤੋਂ ਵੀ ਬੋਲਿਆ ਸੀ। ਤੇ ਅਸੀਂ 2-3 ਦਿਨ ਪਹਿਲਾਂ ਜਥੇਦਾਰ ਸਾਹਿਬ ਨਾਲ ਵੀ ਇਸ ਸੰਬੰਧ ਦੇ ਵਿੱਚ ਆਪਾਂ ਸਲਾਹ ਮਸ਼ਵਰਾ ਕੀਤਾ ਸੀ ਤੇ ਕੱਲ੍ਹ ਸ਼ਮਸ਼ੇਰ ਸਿੰਘ ਨਾਲ ਵੀ ਗੱਲ ਜਿਹੜੀ ਚੱਲ ਰਹੀ ਸੀ ਤੇ ਉਹਨਾਂ ਨੇ ਸ਼ਾਇਦ ਉਹ ਭੁੱਲ ਗਏ ਨੇ। ਉਹਨਾਂ ਕਿਹਾ ਸੀ ਕਿ ਮੈਂ ਇੱਥੋਂ ਅੱਜ ਕੁਛ ਨਾ ਕੁਛ ਉਹਦੇ ਬਾਰੇ ਸੰਗਤਾਂ ਨੂੰ ਜ਼ਰੂਰ ਅਸੀਂ ਉਹਨਾਂ ਦੇ ਵਿਚਾਰ ਲਵਾਂਗੇ ਤੇ ਆਪਣੇ ਵਿਚਾਰ ਦੇਵਾਂਗੇ। ਤੇ ਮੇਰਾ ਖਿਆਲ ਹੈ ਕਿ ਹੁਣ ਜਥੇਦਾਰ ਸਾਹਿਬ ਇਸ ਵਿਸ਼ੇ ਤੇ ਜਿਹੜਾ ਬੋਲਣ ਦਾ ਹੱਕ ਰੱਖਦੇ ਨੇ ਉਹ ਹੀ ਬੋਲਣਗੇ ਤੇ ਕਦੋਂ ਉਹ ਜਿਹੜਾ ਸਮਾਗਮ ਅਸੀਂ ਕਰਨਾ ਹੈ ਜਾਂ ਕਰਵਾਉਣਾ ਹੈ ਇਹਦੇ ਬਾਰੇ ਸੰਗਤਾਂ ਦੇ ਨਾਲ ਵਿਚਾਰ ਉਹ ਸਾਂਝੇ ਕਰਨਗੇ। ਸੋ ਹੋਰ ਵੀ ਕਈ ਜਿਹੜੇ ਸਮਾਜ ਸੇਵੀ ਦੇ ਕੰਮ ਅਸੀਂ ਕਰਦੇ ਆ ਰਹੇ ਹਾਂ। ਸੋ ਇਹਦੇ ਵਿੱਚ ਅਸੀਂ ਨਹੀਂ ਸਮਝਦੇ ਕਿ ਸਾਡੀ ਸ਼ਲਾਘਾ ਕੀਤੀ ਜਾਵੇ, ਪਰ ਜੋ ਸਾਡੀ ਕਿਸਮਤ ਦੇ ਵਿੱਚ ਲਿਖਿਆ, ਜੋ ਕਰਮਾਂ ਵਿੱਚ ਲਿਖਿਆ, ਅਸੀਂ ਉਹਦੇ ਮੁਤਾਬਕ ਉਸ ਪਰਮਾਤਮਾ ਦੇ ਜੋ ਦੱਸ ਰਹੇ ਹਾਂ ਉਹਦੇ ਮੁਤਾਬਕ ਅਸੀਂ ਆਪਣਾ ਮਰਨ ਦਾ ਯੋਗਦਾਨ ਜਿਹੜਾ ਉਹ ਸਾਡਾ ਹਿੱਸਾ ਬਣਦਾ ਸੀ ਪਾ ਰਹੇ ਹਾਂ ਤੇ ਪਾਉਂਦੇ ਰਵਾਂਗੇ। ਹੁਣ ਮੈਂ ਬੇਨਤੀ ਕਰਾਂਗਾ ਜਥੇਦਾਰ ਸਾਹਿਬ ਦੇ ਚਰਨਾਂ 'ਚ ਕਿ ਉਹ ਆ ਕੇ ਆਪਣੇ ਚੰਦ ਮਿੰਟਾਂ ਦੇ ਵਿੱਚ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨ, ਕਿਉਂਕਿ ਪ੍ਰੋਗਰਾਮ ਬਹੁਤ ਜ਼ਿਆਦਾ ਜਿਨ੍ਹਾਂ ਇਸ ਚੱਲਦੇ ਸੰਘਰਸ਼ ਦੇ ਵਿੱਚ ਹਿੱਸਾ ਪਾਇਆ ਸੀ। ਮੈਂ ਆਪਣੇ ਤਿੰਨਾਂ ਵੱਲੋਂ ਸਾਰਿਆਂ ਦਾ ਫਿਰ ਧੰਨਵਾਦ ਕਰਦਾ ਹੋਇਆ ਉਹਨਾਂ ਦੀ ਮਤਲਬ ਇੱਥੇ ਪਹੁੰਚਣ ਤੇ ਜੀ ਆਇਆਂ ਆਖਦਾ ਹਾਂ। ਤੇ ਆਓ ਹੁਣ ਅਸੀਂ ਵਿਚਾਰ ਸੁਣੀਏ ਜਥੇਦਾਰ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਾਲਸਾ। ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜਿਹੜਾ ਅੱਜ ਦਾ ਦਿਨ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਦੇ ਸੰਬੰਧ ਵਿੱਚ ਹੀ ਮਨਾਇਆ ਜਾ ਰਿਹਾ, ਉਹਦੇ ਬਾਰੇ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ ਕਿ ਅੱਜ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਤੇ ਨਾ ਤੇ ਮਹਾਂਪੁਰਸ਼ਾਂ ਦੀ ਕਮੀ ਆ, ਨਾ ਬਾਬਿਆਂ ਦੀ ਕਮੀ ਆ, ਨਾ ਸੰਤਾਂ ਦੀ ਕਮੀ ਆ, ਪਰ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਰੇ ਵਾਲੇ ਜਿਹੜੇ ਅੱਜ ਸਾਡੇ ਵਿੱਚ ਨਹੀਂ, ਪਰ ਫਿਰ ਵੀ ਉਹਨਾਂ ਦੀ ਯਾਦ ਕਿਉਂ ਮਨਾਈ ਜਾਂਦੀ ਸਾਰੀ ਦੁਨੀਆ ਦੇ ਵਿੱਚ? ਇੱਕ ਸਵਾਲ ਵਾਲੀ ਗੱਲ ਆ। ਜਿਹੜੇ ਬਾਬਿਆਂ ਦੇ ਡੇਰੇ ਆ ਉਹਨਾਂ ਦੇ ਦਿਨ ਜਿਹੜੇ ਆ ਉਹਨਾਂ ਦੇ ਦਿਨਾਂ ਡੇਰਿਆਂ ਦੇ ਵਿੱਚ ਹੀ ਮਨਾਏ ਜਾਂਦੇ ਆ, ਪਰ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਰੇ ਵਾਲਿਆਂ ਦੇ ਜਿਹੜੇ ਅੱਜ ਸਾਡੇ ਵਿੱਚ ਨਹੀਂ, ਪਰ ਉਹਨਾਂ ਦੀ ਖੁਸ਼ਬੂ ਜਿਹੜੀ ਆ ਉਹ ਪੰਜਾਬ ਤੇ ਹਿੰਦੁਸਤਾਨ ਤੋਂ ਬਾਹਰ ਵੀ ਜਿਹੜੇ ਦੁਨੀਆ ਦੇ ਜਿੱਥੇ ਵੀ ਸਿੱਖ ਵਸਦੇ ਆ ਉੱਥੇ ਸਾਰੇ ਗੁਰੂ ਘਰਾਂ 'ਚ ਉਹਨਾਂ ਦੇ ਦਿਨ ਜਿਹੜੇ ਆ ਆਮ ਤੌਰ 'ਤੇ ਮਨਾਏ ਜਾਂਦੇ ਆ। ਉਹਨਾਂ ਨੂੰ ਸ਼ਰਧਾ ਦੇ ਭੁੱਲ ਭੇਟ ਕੀਤੇ ਜਾਂਦੇ ਆ। ਕੋਈ ਨਾ ਕੋਈ ਤਾਂ ਕਾਰਨ ਹੈ। ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਹੈ ਉੱਥੇ ਇਹੋ ਜਿਹੇ ਮਹਾਂਪੁਰਸ਼ਾਂ ਦੇ ਦਿਨ ਜਿਹੜੇ ਆ ਜ਼ਰੂਰ ਮਨਾਏ ਜਾਂਦੇ ਆ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਖੁਸ਼ਬੂ ਲੈ ਕੇ ਉਹਨੂੰ ਦੁਨੀਆ ਵਿੱਚ ਵੰਡਿਆ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਦੁਨੀਆ ਦੇ ਵਿੱਚ ਉਹ ਕਾਰਜ ਕੀਤੇ ਹੋਣ, ਜਿਹੜੇ ਕਾਰਜ ਜਿਹੜੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਸੇਧ ਮਿਲੀ ਜਾਂਦੀ ਆ, ਸੇਧ ਦਿੱਤੀ ਜਾਂਦੀ ਹੈ। ਪਰ ਜਿਹੜੇ ਲੋਕ ਸਿਰਫ ਆਪਣੇ ਡੇਰੇ ਬਣਾਉਣ ਤੱਕ ਸਹਿਮਤ ਰਹਿ ਜਾਂਦੇ ਆ, ਆਪਣੇ ਚੇਲੇ ਬਣਾਉਣ ਤੱਕ ਸਹਿਮਤ ਰਹਿ ਜਾਂਦੇ ਆ, ਉਹਨਾਂ ਦੀ ਸਿਰਫ ਹੋਂਦ ਉੱਥੇ ਤੱਕ ਹੀ ਹੁੰਦੀ ਆ। ਤੇ ਮੈਂ ਅੱਜ ਸੁਨੇਹਾ ਦੇਣਾ ਚਾਹੁੰਦਾ ਉਹਨਾਂ ਸਾਰੇ ਡੇਰੇ ਵਾਲਿਆਂ ਬਾਬਿਆਂ ਨੂੰ ਵੀ ਕਮ ਸੇ ਕਮ ਤੁਸੀਂ ਵੀ ਸੇਧ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਡੇਰਿਆਂ 'ਚ ਰੱਖੇ ਤੇ ਕੁਝ ਸੇਧ ਲੈ ਕੇ ਐਸੀ ਕੌਮ ਨੂੰ ਸੇਧ ਦਿਓ, ਐਸੀ ਸਮਾਜ ਨੂੰ ਸੇਧ ਦਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਨਾਮ ਵੀ ਦੁਨੀਆ ਦੇ ਵਿੱਚ ਕਿਤੇ ਨਾ ਕਿਸੇ ਤਰੀਕੇ ਨਾਲ ਲਿਆ ਜਾ ਸਕੇ। ਸਾਡਾ ਸੀਸ ਝੁਕਦਾ ਹੈ ਇਹੋ ਜਿਹੇ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਜਿਹਨਾਂ ਨੇ ਸਮਾਜ ਦੀ, ਪੰਥ ਦੀ, ਕੌਮ ਦੀ ਸੇਵਾ ਵਾਸਤੇ ਹਰ ਪੱਖ ਤੋਂ, ਇਹ ਨਹੀਂ ਵੀ ਇਕੱਲੀ ਮਾਲਾ ਫੜ ਕੇ ਉਹਨਾਂ ਨੇ ਕੰਮ ਕੀਤਾ, ਉਹਨਾਂ ਨੇ ਸਕੂਲ ਵੀ ਖੋਲ੍ਹੇ, ਕਾਲਜ ਵੀ ਖੋਲ੍ਹੇ, ਹਸਪਤਾਲ ਵੀ ਖੋਲ੍ਹੇ, ਸਿਆਸਤ ਵਿੱਚ ਵੀ ਹਿੱਸਾ ਲਿਆ। ਜਿਹੜਾ ਵੀ ਕਾਰਜ ਸੀਗੇ ਗੁਰੂ ਸਾਹਿਬ ਨੇ ਸਾਡੀ ਡਿਊਟੀ ਲਾਈ, ਹਰ ਕਾਰਜ ਦੇ ਵਿੱਚ ਭਾਈ ਸਾਹਿਬ ਨੇ, ਸੰਤਾਂ ਨੇ ਆਪਣਾ ਯੋਗਦਾਨ ਪਾਇਆ ਤੇ ਸਾਨੂੰ ਉਹਨਾਂ ਦੇ ਜੀਵਨ ਤੋਂ ਬਹੁਤ ਜ਼ਿਆਦਾ ਸੇਧ ਲੈਣੀ ਚਾਹੀਦੀ ਹੈ। ਤੇ ਦੂਸਰੀ ਗੱਲ ਹੈ ਜਿਹੜੀ 1984 ਦੇ ਘੱਲੂਘਾਰੇ ਦੀ ਆ। ਅੱਜ ਜਦੋਂ ਮੈਂ ਬੱਚਿਆਂ ਦੇ ਨਾਲ ਕਲਾਸ ਲੈਂਦਾ ਸੀਗਾ, ਕਿਉਂਕਿ ਮੇਰੀ ਜਿਹੜੀ ਕਲਾਸ ਹੁੰਦੀ ਹੈ ਬੱਚਿਆਂ ਦੇ ਸਵਾਲ ਜਵਾਬ ਹੀ ਹੁੰਦੇ ਆ, ਬੱਚੇ ਬਹੁਤ ਤਰ੍ਹਾਂ ਦੇ ਸਵਾਲ ਜਵਾਬ ਕਰਦੇ ਆ। ਤੇ ਮੈਨੂੰ ਇੱਕ ਬੱਚਾ ਕਹਿੰਦਾ ਮੈਂ ਸਵਾਲ ਕਰਨਾ, ਮੈਂ ਕਿਹਾ
ਕਹਿੰਦਾ ਇਹ 1984 ਬਾਰੇ ਤੁਸੀਂ ਸਾਨੂੰ ਨਾ ਹੀ ਪੜ੍ਹਾਓ ਤਾਂ ਚੰਗਾ। ਮੈਂ ਕਿਹਾ ਕੀ ਹੋਇਆ ਪੁੱਤ? ਕਹਿੰਦਾ ਸਾਡੇ ਘਰ ਦੇ ਕਹਿੰਦੇ ਆ ਵੀ 1984 ਦਾ ਸਾਕਾ ਜਿਹੜਾ ਪੜ੍ਹਾਉਣ ਦੀ ਲੋੜ ਨਹੀਂ, ਛੋਟੇ ਬੱਚਿਆਂ ਨੂੰ ਉਹਨਾਂ ਦਾ ਦਿਮਾਗ ਖਰਾਬ ਹੋ ਸਕਦਾ। ਤੇ ਮੈਂ ਕਿਹਾ ਪੁੱਤ ਕਿਹੜਾ ਉਹਨਾਂ ਨੇ ਕਿਹਾ ਪੜ੍ਹਾਉਣ ਲਈ? ਕਹਿੰਦੇ ਜਿਹੜੇ ਬਾਕੀ ਦੇ ਆ ਸਾਕੇ ਤੁਸੀਂ ਪੜ੍ਹਾ ਲਓ, ਪਰ 1984 ਦਾ ਨਾ ਪੜ੍ਹਾਓ। ਤੇ ਮੈਂ ਬੜਾ ਹੈਰਾਨ ਪਰੇਸ਼ਾਨ ਸੀਗਾ ਵੀ ਇਹ ਬੱਚਾ ਜਿਹੜਾ ਇੱਦਾਂ ਮੈਨੂੰ ਕਿਉਂ ਕਹਿ ਰਿਹਾ ਵੀ ਨਾ ਪੜ੍ਹਾਓ। ਫਿਰ ਮੈਂ ਉਹਨੂੰ ਥੋੜ੍ਹਾ ਜਿਹਾ ਖੋਜਣ ਦੀ ਕੋਸ਼ਿਸ਼ ਕੀਤੀ ਵੀ ਇਹ ਗੱਲ ਕੀ ਆ ਵਿੱਚੋਂ। ਉਹਨੂੰ 1984 ਦੇ ਸਾਕੇ ਦੇ ਬਾਰੇ ਬਹੁਤ ਕੁਝ ਪਤਾ ਸੀ ਤੇ ਉਹਦੇ ਦਿਮਾਗ ਦੇ ਵਿੱਚ ਇਹ ਪਾੜਿਆ ਗਿਆ ਸੀਗਾ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਕੋਈ ਚੰਗੇ ਇਨਸਾਨ ਨਹੀਂ ਸੀਗੇ। ਉਹਨਾਂ ਨੇ ਅਸਲਾ ਜਿਹੜਾ ਇਕੱਠਾ ਕਰਕੇ ਹਰਿਮੰਦਰ ਸਾਹਿਬ ਦੇ ਵਿੱਚ ਲਿਆਂਦਾ, ਜਿਹੜਾ ਪੂਜਾ ਦਾ ਸਥਾਨ ਆ। ਤੇ ਇੰਦਰਾ ਗਾਂਧੀ ਜਿਹੜੀ ਸਿਰਫ ਉਹਨਾਂ ਨੂੰ ਕਹਿੰਦੀ ਸੀ ਆਪਣੇ ਹਥਿਆਰ ਸਾਨੂੰ ਦੇ ਕੇ ਤੇ ਬਾਹਰ ਆ ਜਾਓ ਤੇ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਜੇ ਉਹ ਹਥਿਆਰ ਦੇ ਕੇ ਬਾਹਰ ਚਲ ਜਾਂਦੇ ਤੇ ਉੱਥੇ ਕੋਈ ਅਟੈਕ ਨਹੀਂ ਸੀ ਹੋਣਾ। ਮਤਲਬ ਇਹ ਗੱਲਾਂ ਉਸ ਬੱਚੇ ਨੂੰ ਪਤਾ ਸੀ, ਪਰ ਉਹ ਮੈਨੂੰ ਇਹ ਸਵਾਲ ਕਰ ਰਿਹਾ ਵੀ ਜੇ ਨਾ ਪੜ੍ਹਾਓ ਤਾਂ ਚੰਗੀ ਗੱਲ ਆ। ਤੇ ਮੈਂ ਕਿਹੜਾ ਪੜ੍ਹਾ ਰਿਹਾ ਸੀ ਉਹ, ਪਰ ਉਹ ਬੱਚੇ ਨੇ ਆਪ ਹੀ ਸਵਾਲ ਕਰਤਾ ਮੇਰੇ ਉੱਤੇ, ਕਿਉਂਕਿ ਜਿਹੜੇ 84 ਦੇ ਘੱਲੂ ਘਰ ਦੇ ਬਾਰੇ ਅੱਜ ਸਾਰੇ ਦੇ ਸਾਰੇ ਗੁਰੂ ਘਰਾਂ ਦੇ ਵਿੱਚ ਗੱਲ ਹੋ ਰਹੀ ਆ ਤੇ ਸਾਰੇ ਦੇ ਸਾਰੇ ਗੁਰੂ ਘਰ ਜਿਹੜੇ ਆ ਮਨਾ ਰਹੇ ਆ ਇਸ ਘੱਲੂ ਘਰੇ ਨੂੰ। ਸਾਰੀ ਦੀ ਸਾਰੀ ਜਿਹੜੀ ਕੌਮ ਚਿੰਤਤ ਆ। ਫਿਰ ਮੈਂ ਉਹਨਾਂ ਬੱਚੇ ਨਾਲ ਥੋੜ੍ਹੇ ਜਿਹੇ ਸਵਾਲਾਂ ਦੇ ਜਵਾਬ ਕੀਤੇ। ਸਮਾਂ ਥੋੜ੍ਹਾ ਆਪਾਂ ਸ਼ੋਰਟ ਵਿੱਚ ਕਰਨੀ ਜ਼ਰੂਰੀ ਆ। ਮੈਂ ਕਿਹਾ ਪੁੱਤ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਪਤਾ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪਕੜਿਆ ਗਿਆ ਤੇ ਉਹ ਕਹਿੰਦਾ ਹਾਂਜੀ ਮੈਨੂੰ ਪਤਾ, ਉਹਨੂੰ 1 ਮਹੀਨਾ ਜੇਲ੍ਹ 'ਚ ਰੱਖਿਆ। ਉਹ ਬੱਚਾ ਮੈਨੂੰ ਕਹਿ ਰਿਹਾ। ਤੇ ਮੈਂ ਕਿਹਾ ਵੀ ਤੈਨੂੰ ਪਤਾ ਇੰਨਾ ਵੀ ਪਤਾ ਹੋਣਾ ਉਹਨੂੰ ਬਗੈਰ ਸ਼ਰਤ ਤੋਂ ਰਿਹਾ ਵੀ ਕੀਤਾ ਗਿਆ। ਕਹਿੰਦਾ ਹਾਂਜੀ ਉਹਨਾਂ ਬਗੈਰ ਸ਼ਰਤ ਤੋਂ ਰਿਹਾ ਕੀਤਾ ਗਿਆ। ਪਰ ਜੇ ਉਹਨਾਂ ਨੂੰ ਫੜਨਾ ਸੀ ਫਿਰ ਉਹਨਾਂ ਨੂੰ ਰਿਹਾ ਕਾਹਲੀ ਕੀਤਾ? ਫਿਰ ਜਿਹੜੀ ਹਰਿਮੰਦਰ ਸਾਹਿਬ ਦੇ ਵਿੱਚ ਅਸਲਾ ਆਇਆ ਤੇ ਜਿਹੜਾ ਅਸਲਾ ਗਿਆ ਉਹ ਕੋਈ ਚਿੜੀ ਦਾ ਬੱਚਾ ਤਾਂ ਹੈ ਨਹੀਂ, ਅਸਲਾ ਆ। ਉੱਥੇ ਸਾਰੇ ਬੰਦੇ ਦੀ ਪੂਰੀ ਛਾਣਬੀਣ ਹੁੰਦੀ ਆ ਤਾਂ ਜਾ ਕੇ ਅੰਦਰ ਜਾਂਦਾ, ਪਰ ਉਹ ਅਸਲਾ ਆਉਣ ਦਿੱਤਾ ਗਿਆ। ਕਿੱਥੋਂ ਅਸਲਾ ਆਇਆ? ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤਾਂ ਬਾਹਰੋਂ ਕਿੱਧਰ ਨਹੀਂ ਗਏ, ਪਰ ਉਹ ਅਸਲਾ ਹਰਿਮੰਦਰ ਸਾਹਿਬ 'ਚ ਆਇਆ ਕਿੱਥੋਂ? ਮੈਂ ਕਿਹਾ ਤੈਨੂੰ ਪਤਾ? ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ। ਮੈਂ ਕਿਹਾ ਜੇ 1984 ਦੇ ਵਿੱਚ ਉਹਨਾਂ ਨੇ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਨਾ ਸੀ, ਜਿੱਥੇ ਅਕਾਲ ਤਖਤ ਸਾਹਿਬ 'ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਹਨਾਂ ਨੂੰ ਫੜਨਾ ਸੀ ਉਹਨਾਂ ਨੇ, ਪਰ 370 ਗੋਲੀਆਂ ਜਿਹੜੀਆਂ ਹਰਿਮੰਦਰ ਸਾਹਿਬ 'ਚ ਲੱਗੀਆਂ, ਉੱਥੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੈ ਨਹੀਂ ਸੀ। ਉੱਥੇ ਤਾਬਿਆ ਬੈਠਾ ਸਿੰਘ ਜਿਹੜਾ ਉਹ ਸ਼ਹੀਦ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਗੋਲੀਆਂ ਲੱਗੀਆਂ। ਹਾਂਜੀ ਕਹਿੰਦਾ ਮੈਨੂੰ ਪਤਾ। ਮੈਂ ਕਿਹਾ ਤੈਨੂੰ ਇਹ ਪਤਾ ਵੀ ਗੁਰੂ ਗ੍ਰੰਥ ਸਾਹਿਬ 'ਚ ਗੋਲੀਆਂ ਲੱਗੀਆਂ? ਤੈਨੂੰ ਇਹ ਪਤਾ ਵੀ ਉੱਥੇ ਬੈਠਾ ਤਾਬਿਆ ਬੈਠਾ ਸਿੰਘ ਸ਼ਹੀਦ ਹੋਇਆ? ਤੈਨੂੰ ਇਹ ਵੀ ਪਤਾ ਵੀ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਹੀਂ ਸੀ ਤੇ ਫਿਰ ਵੀ ਤੂੰ ਕਹਿੰਦਾ ਵੀ ਉਹ ਗਲਤ ਸੀ? ਕਹਿੰਦਾ ਇਹ ਤਾਂ ਗੱਲ ਥੋੜ੍ਹੀ ਜਿਹੀ ਠੀਕ ਲੱਗਦੀ, ਇੱਦਾਂ ਤਾਂ ਕੋਈ ਲੱਗਦੀ। ਮੈਂ ਕਿਹਾ ਤੈਨੂੰ ਇਹ ਵੀ ਪਤਾ ਹੋਣਾ ਵੀ ਉਦੋਂ 37 ਗੁਰੂ ਘਰਾਂ ਦੇ ਉੱਤੇ ਹਮਲਾ ਹੋਇਆ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਹੀਂ ਸੀ। ਕਹਿੰਦਾ ਅੱਛਾ 37 ਗੁਰੂ ਘਰਾਂ 'ਤੇ ਹਮਲਾ? ਮੈਂ ਹਾਂਜੀ 37 ਗੁਰੂ ਘਰਾਂ 'ਤੇ ਹਮਲਾ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਹੀਂ ਸੀ, ਉੱਥੇ ਹਮਲਾ ਕਿਉਂ ਕੀਤਾ ਗਿਆ? ਤੇ ਹਮਲੇ ਵਾਸਤੇ ਉਹੀ ਦਿਨ ਕਿਉਂ ਚੂਜ਼ ਕੀਤਾ ਗਿਆ, ਉਹੀ ਦਿਨ ਕਿਉਂ ਚੁਣਿਆ ਗਿਆ ਜਦੋਂ ਸਾਰੀ ਦੀ ਸਾਰੀ ਸੰਗਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੁਰਬ 'ਤੇ ਉੱਥੇ ਇਕੱਠੀ ਹੋਈ ਸੀ? ਹੋਰ ਕਿਸੇ ਦਿਨ ਵੀ ਕੀਤਾ ਜਾ ਸਕਦਾ ਸੀ। ਮੈਂ ਕਿਹਾ ਸਾਰੇ ਦਾ ਸਾਰਾ ਪਲੰਦਾ ਇਕੱਠਾ ਕੀਤਾ ਗਿਆ ਸਿੱਖ ਕੌਮ ਨੂੰ ਇਹ ਅਹਿਸਾਸ ਕਰਾਉਣ ਲਈ ਕਿ ਤੁਸੀਂ ਗੁਲਾਮ ਆ। ਅਗਰ ਤੁਸੀਂ ਜ਼ਿਆਦਾ ਆਵਾਜ਼ ਉਠਾ ਲਈ ਤਾਂ ਤੁਹਾਡਾ ਆਹ ਹਾਲ ਹੋ ਸਕਦਾ। ਤੇ ਮੈਂ ਕਿਹਾ 1984 ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਤੇ ਅਸੀਂ ਆਪ ਇੱਥੇ ਫਰਾਂਸ ਦੇ ਵਿੱਚ ਟੈਲੀਵਿਜ਼ਨਾਂ 'ਤੇ ਦੇਖਿਆ ਕਿ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਜੀਂਦਿਆਂ ਨੂੰ ਸ਼ਹੀਦ ਕੀਤਾ ਗਿਆ। ਸੜਕਾਂ ਦੇ ਵਿੱਚ ਉਹ ਤੜਫਦੇ ਸੀਗੇ, ਉਹਨਾਂ ਦੇ ਗਲਾਂ ਵਿੱਚ ਟਾਇਰ ਸੀਗੇ ਤੇ ਕੋਲ ਖੜੇ ਹੋ ਕੇ ਭੰਗੜਾ ਪਾਉਂਦੇ ਸੀਗੇ ਲੋਕੀ। ਉੱਥੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਹੀਂ ਸੀਗੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤਾਂ ਸ਼ਹੀਦ ਕਰਤਾ ਸੀ, ਪਰ ਇਹ ਸਾਰਾ ਕੁਛ ਅਸੀਂ ਆਪਣੇ ਅੱਖੀਂ ਦੇਖਿਆ। ਜਿੱਦਾਂ ਬਾਬਾ ਜੀ ਕਹਿ ਗਿਆ ਸਾਰੇ ਪਤਵੰਤੇ ਜਿਹੜੇ ਮੇਰੇ ਵੀਰ ਇੱਥੇ ਆਏ ਆ, ਸਾਰੇ ਗੁਰੂ ਘਰਾਂ ਦੇ ਕਿਤੇ ਪਤਵੰਤੇ ਇੱਥੇ ਸੱਜਣ ਆਏ ਆ, ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਆ ਕਿ ਉਹਨਾਂ ਨੇ ਇੱਕ ਮੁੱਠਤਾ ਦਾ ਸਬੂਤ ਦਿੱਤਾ ਆ, ਇਕੱਤਰ ਹੋਣ ਦਾ ਸਬੂਤ ਦਿੱਤਾ ਆ। ਇਹ ਬਹੁਤ ਸੋਹਣੀ ਗੱਲ ਹੈ ਕਿ ਕੋਈ ਵੀ ਸੰਘਰਸ਼ ਜਿਹੜਾ ਆ ਜਦ ਤੱਕ ਇਕੱਠੇ ਨਾ ਹੋਵਾਂਗੇ ਉਦੋਂ ਤੱਕ ਅਸੀਂ ਨਹੀਂ ਚਲਾ ਸਕਦੇ, ਉਦੋਂ ਤੱਕ ਜਿੱਤ ਨਹੀਂ ਪ੍ਰਾਪਤ ਕਰ ਸਕਦੇ। ਪਰ ਸਾਨੂੰ ਇਕੱਠੇ ਹੋਣ ਲਈ ਕੁਛ ਨਾ ਕੁਛ ਆਪਣੇ ਜਿਹੜੇ ਅਸੂਲ ਜਿਹੜੇ ਆ ਉਹ ਬਣਾਉਣੇ ਪੈਣਗੇ। ਇਹ ਪੰਥ ਦਾ ਕੌਮ ਦਾ ਕੰਮ ਆ, ਔਰ ਪੰਥ ਦੇ ਕੌਮ ਦੇ ਕੰਮ ਦੇ ਵਿੱਚ ਜਿਹੜੇ ਤਰੀਕੇ ਨਾਲ ਵੀ ਆਪਣਾ ਕੋਈ ਯੋਗਦਾਨ ਪਾ ਸਕਦਾ ਉਸ ਤਰੀਕੇ ਨਾਲ ਉਹਨੂੰ ਯੋਗਦਾਨ ਪਾਉਣਾ ਚਾਹੀਦਾ, ਅਤੇ ਜਿਹੜੇ ਤਰੀਕੇ ਨਾਲ ਕੋਈ ਯੋਗਦਾਨ ਪਾ ਰਿਹਾ ਉਸੇ ਤਰੀਕੇ ਨਾਲ ਉਹਦੇ ਯੋਗਦਾਨ ਨੂੰ ਐਕਸੈਪਟ ਵੀ ਕਰਨਾ ਚਾਹੀਦਾ।
ਇਹ ਨਹੀਂ ਕਿ ਜੇ ਮੈਂ ਇੱਕ ਤਰੀਕੇ ਨਾਲ ਕੰਮ ਕਰ ਰਿਹਾ ਤਾਂ ਦੂਸਰਾ ਹੋਰ ਤਰੀਕੇ ਨਾਲ ਕਰ ਰਿਹਾ, ਉਹ ਗਲਤ ਕਰ ਰਿਹਾ। ਸਾਡੀ ਬਦਕਿਸਮਤੀ ਇਹੋ ਹੀ ਆ। ਤੇ ਜੇ ਮੈਂ ਭੁੱਖ ਹੜਤਾਲ ਨਹੀਂ ਰੱਖੀ, ਜੇ ਭੱਟੀ ਸਾਹਿਬ ਨੇ ਰੱਖ ਲਈ ਤੇ ਤਾਂ ਭੱਟੀ ਸਾਹਿਬ ਜੋ ਕਰ ਰਿਹਾ ਸਾਰਾ ਕੁਝ ਗਲਤ ਹੀ ਕਰ ਰਿਹਾ। ਜੇ ਉਹ ਮੇਰੇ ਤਰੀਕੇ ਨਾਲ ਕਰਨਗੇ ਤਾਂ ਉਹ ਠੀਕ ਹੈ। ਜੇ ਮੇਰੀ ਕਮਾਂਡ ਨਾਲ ਭੱਟੀ ਸਾਹਿਬ ਨੇ ਭੁੱਖ ਹੜਤਾਲ ਰੱਖੀ ਤਾਂ ਬਹੁਤ ਵਧੀਆ ਆ। ਤੇ ਜੇ ਉਹਨਾਂ ਨੇ ਆਪਣੇ ਤੌਰ ਤੇ ਰੱਖ ਲਈ ਆ ਜਾਂ ਉੱਥੇ ਦੀ ਸੰਗਤ ਨੇ ਇਕੱਠਿਆ ਹੋ ਕੇ ਕਰਤਾ ਤਾਂ ਫੇਰ ਗਲਤ ਆ। ਇਸ ਤਰੀਕੇ ਨਾਲ ਜਿਹੜੀ ਆ ਉਹ ਇਕੱਤਰਤਾ ਨਹੀਂ ਹੋ ਸਕਦੀ। ਸਾਨੂੰ ਪੰਥ ਦੇ ਕੌਮ ਦੇ ਕਾਰਜ ਦੇ ਵਾਸਤੇ ਜਿਹੜਾ ਵੀ ਕੋਈ ਤਰੀਕਾ ਅਪਣਾਉਂਦਾ ਆ, ਜਿਹੜਾ ਵੀ ਕੋਈ ਕਾਰਜ ਕਰਦਾ ਆ, ਉਹਦੀ ਸ਼ਲਾਘਾ ਕਰਨੀ ਬਣਦੀ ਹੈ। ਇੱਥੇ ਭੱਟੀ ਸਾਹਿਬ ਨੇ ਮੈਨੂੰ ਕੋਈ ਕਵੇ ਕੋਈ 20-25 ਦਿਨ ਤੋਂ ਆਪਣਾ ਕੰਮ ਛੱਡ ਕੇ ਤੇ ਇੱਕ ਥਾਂ ਤੇ ਤੂੰ ਬਹਿ ਜਾ, ਮੇਰੇ ਵਾਸਤੇ ਤਾਂ ਬਹੁਤ ਔਖਾ, ਮੈਂ ਝੂਠ ਬੋਲੀ ਜਾਵਾਂ। ਪਰ ਜੇ ਇਹਨਾਂ ਨੇ ਕੀਤਾ ਤੇ ਉਹ ਆਪਣੀ ਥਾਂ ਤੇ ਵਧਾਈ ਦੇ ਪਾਤਰ ਆ। ਤੇ ਜੇ ਉਲਟਾ ਅਸੀਂ ਵਧਾਈ ਦੇ ਪਾਤਰ ਦੀ ਕਹਿਣ ਦੀ ਬਜਾਏ ਉਲਟਾ ਇਹਨਾਂ ਦੀਆਂ ਨਿੰਦਿਆ ਕਰੀ ਜਾਈਏ, ਇਹਨਾਂ ਨੂੰ ਕਿਸੇ ਤਰੀਕੇ ਨਾਲ ਕਹੇ ਭੁੱਖ ਹੜਤਾਲ ਸਾਡੇ ਧਰਮ ਵਿੱਚ ਨਹੀਂ ਗੀ। ਪਰ ਜਿਹੜੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਆ ਉਹ ਉਸ ਔਰਤ ਵਾਸਤੇ ਲਿਖੀ ਆ ਜਿਹੜੀ ਆਪਣੇ ਪਤੀ ਦੀ ਵੱਡੀ ਉਮਰ ਕਰਨ ਵਾਸਤੇ ਵਰਤ ਰੱਖਦੀ ਆ। ਉਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਗਿਆ। ਪਰ ਜਿਹੜੀ ਆਪਣੀਆਂ ਮੰਗਾਂ ਵਾਸਤੇ, ਅੱਜ ਦੇ ਸਮਾਜ ਨੂੰ ਇਕੱਠਾ ਕਰਨ ਵਾਸਤੇ, ਆਪਣੀ ਆਵਾਜ਼ ਨੂੰ ਦੁਨੀਆ ਤੱਕ ਲਿਜਾਣ ਵਾਸਤੇ ਇੱਕ ਤਰੀਕਾ ਬਣ ਚੁੱਕਾ, ਜੇ ਉਹਦੇ ਵਾਸਤੇ ਕਿਸੇ ਸਿੱਖ ਨੇ ਕੋਈ ਭੁੱਖ ਹੜਤਾਲ ਰੱਖ ਲਈ ਤੇ ਕੋਈ ਬਜਟ ਘਰਾਇਤ ਨਹੀਂ ਕਰਤੀ, ਕੋਈ ਮਾੜਾ ਕੰਮ ਨਹੀਂ ਕਰਤਾ, ਉੱਥੇ ਜਾ ਕੇ ਉਹਨਾਂ ਨੇ ਆਪਣੀ ਆਵਾਜ਼ ਨੂੰ ਉਠਾਇਆ, ਦੁਨੀਆ ਦਾ ਮੀਡੀਆ ਉੱਤੇ ਇਕੱਠਾ ਹੋਇਆ। ਮੀਡੀਆ ਦੇ ਵਿੱਚ ਗੱਲ ਆਈ ਆ ਕਿ ਫਰਾਂਸ ਤੋਂ ਆ ਕੇ ਇੱਕ ਸਿੰਘ ਨੇ ਇੱਥੇ ਆ ਕੇ ਭੁੱਖ ਹੜਤਾਲ ਰੱਖੀ ਆ ਤੇ ਆਪਣੇ ਕੌਮੀ ਦਰਦ ਨੂੰ ਸਮਝ ਕੇ ਰੱਖੀ ਆ। ਜਿਹੜੇ 2 ਵੀਰਾਂ ਨੇ ਹੋਰ ਵੀ ਇੱਥੇ ਨਾਲ ਉਹਨਾਂ ਦਾ ਸਾਥ ਦਿੱਤਾ ਸੀਗਾ, ਪੈਡਰੋ ਸਾਹਿਬ ਤੇ ਤੁੰਗ ਸਾਹਿਬ, ਜਿਨ੍ਹਾਂ ਨੇ ਰਾਜਵੀਰ ਸਿੰਘ ਤੁੰਗ, ਇਹਨਾਂ ਨੇ ਵੀ ਆਪਣੇ ਵੱਲੋਂ ਜਿੰਨੀ ਇਹਨਾਂ ਦੀ ਸਮਰੱਥਾ ਸੀ ਇਹਨਾਂ ਨੇ ਇਹ ਕਾਰਜ ਕੀਤਾ। ਇਹ ਪੰਥ ਦਾ ਕੌਮ ਦਾ ਕੰਮ ਜਿਹੜਾ 1984 ਦਾ ਦੰਗਿਆਂ ਦਾ ਆ, ਉਹ ਭਾਵੇਂ ਅਸੀਂ ਜੋ ਮਰਜ਼ੀ ਕਰ ਲਈਏ, ਭਾਵੇਂ ਇੰਦਰਾ ਗਾਂਧੀ ਦਾ ਸੋਧਾ ਲਾ ਦਿੱਤਾ, ਪਰ ਅੱਜ ਇਹ ਗੁਲਾਮੀ ਜਿਹੜੀ ਆ ਉਹ ਸਾਡੇ ਗਲਾਂ ਦੇ ਵਿੱਚ ਉੱਦਾਂ ਹੀ ਆ। ਗੁਲਾਮੀ ਅਸੀਂ ਉਸੇ ਤਰੀਕੇ ਨਾਲ ਮਹਿਸੂਸ ਕਰਦੇ ਹਾਂ। ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਮਹਾਰਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਇਕੱਤਰ ਹੋਈਏ, ਮਿਲ ਕੇ ਰਹੀਏ, ਇੱਕ ਦੂਜੇ ਦੁੱਖ ਸੁੱਖ ਦੇ ਵਿੱਚ ਉਹਦੇ ਸਾਂਝੀ ਹੋਈਏ। ਜਿਹੜਾ ਵੀ ਕੋਈ ਯੋਗਦਾਨ ਪਾਉਂਦਾ ਉਹਦੀ ਸ਼ਲਾਘਾ ਕਰੀਏ ਅਤੇ ਤਾਂ ਹੀ ਅਸੀਂ ਇਹ ਪੰਥ ਦਾ ਕੌਮ ਦਾ ਜਿਹੜਾ ਕਾਰਜ ਆ ਅਸੀਂ ਉਹਨੂੰ ਸਿਰੇ ਚੜ੍ਹਾ ਸਕਦੇ ਹਾਂ। ਅੰਤ ਵਿੱਚ ਭੱਟੀ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਅਸੀਂ ਕੋਈ ਪ੍ਰੋਗਰਾਮ ਲੀਕ ਰਹੇ ਹਾਂ ਕਿ ਦਸਤਾਰ ਦੇ ਸੰਬੰਧ ਦੇ ਵਿੱਚ 7 ਅਗਸਤ ਤੋਂ ਲਾ ਕੇ 17 ਅਗਸਤ ਤੱਕ ਦਸ਼ਮੇਸ਼ ਸਿੱਖ ਅਕੈਡਮੀ ਵੱਲੋਂ 10 ਦਿਨ ਦਾ ਗੁਰਮਤਿ ਕੈਂਪ ਲਾਇਆ ਜਾ ਰਿਹਾ ਸ਼ੇਰੇ ਪੰਜਾਬ ਕੰਪਲੈਕਸ ਦੇ ਵਿੱਚ। ਇਹ ਗੁਰਮਤਿ ਕੈਂਪ ਜਿਹੜਾ ਆ ਹਰ ਸਾਲ 18 ਸਾਲ ਤੋਂ ਲੱਗਦਾ ਆਉਂਦਾ, ਜਿਹਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਬੱਚੇ ਇੱਥੇ ਆ ਕੇ ਗੁਰਮਤਿ ਵਿੱਦਿਆ ਲੈਂਦੇ ਆ। ਉਹਦੇ ਆਖਰੀ ਦਿਨ ਦੇ ਵਿੱਚ ਅਸੀਂ ਕੋਈ ਪ੍ਰੋਗਰਾਮ ਐਸਾ ਲੀਕਾਂਗੇ ਜਿਹੜੇ ਆਉਣ ਵਾਲੇ ਸਮੇਂ ਦੱਸਾਂਗੇ। ਅਤੇ ਇਹ ਜਿਹੜੇ ਮੇਰੇ ਵੀਰਾਂ ਨੇ 84 ਦੇ ਦੰਗਿਆਂ ਨੂੰ ਇਨਸਾਫ ਦਿਵਾਉਣ ਲਈ ਜਾਂ ਜਿਹੜੇ ਜੇਲ੍ਹਾਂ ਵਿੱਚ ਸਾਨੂੰ ਸਿੰਘ ਉਹਨਾਂ ਨੂੰ ਛਡਾਉਣ ਵਾਸਤੇ ਆਪਣੀ ਭੁੱਖ ਹੜਤਾਲ ਰੱਖੀ, ਅਸੀਂ ਇਹਨਾਂ ਦਾ ਸਨਮਾਨ ਵੀ ਕਰਾਂਗੇ। ਅਤੇ ਨਾਲੋਂ ਨਾਲ ਜਿਹੜਾ ਆ ਸਾਡਾ ਦਸਤਾਰ ਜਿਹੜਾ ਮਸਲਾ ਜਿਹੜਾ ਫਰਾਂਸ ਦੇ ਵਿੱਚ ਆ, ਜਿਹੜਾ ਸਾਰੇ ਵੀਰਾਂ ਨੇ ਅਸੀਂ ਇਕੱਠਿਆਂ ਹੋ ਕੇ ਰਲ ਕੇ ਲੜਿਆ ਆ ਔਰ UN ਵਿੱਚ ਅਸੀਂ ਜਿੱਤ ਪ੍ਰਾਪਤ ਕੀਤੀ ਆ, ਉਹਦੀ ਖੁਸ਼ੀ ਦੇ ਵਿੱਚ ਵੀ। ਅਤੇ ਉਹ ਅਗਲਾ ਜਿਹੜਾ ਕਾਰਜ ਰਹਿੰਦਾ ਉਹਨੂੰ ਪੂਰਾ ਕਰਨ ਵਾਸਤੇ ਵੀ ਅਸੀਂ ਉਦੋਂ ਕੋਈ ਨਾ ਕੋਈ ਪ੍ਰੋਗਰਾਮ ਲਿਖ ਕੇ ਆਪ ਜੀ ਦੇ ਸਾਹਮਣੇ ਲੈ ਕੇ ਆਵਾਂਗੇ। ਅਖੀਰ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ